ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਨਾਮ ਦੇ ਸੋਮੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਅਥਾਹ ਸ਼ਰਧਾ ਦੇ ਸਹਿਤ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਆਓ ਇਸ ਸਮੇਂ ਦਾ ਪੂਰਨ ਤੌਰ 'ਤੇ ਲਾਭ ਪ੍ਰਾਪਤ ਕਰੀਏ। ਸਤਿਗੁਰਾਂ ਦੀ ਚੱਲ ਰਹੀ ਪਾਵਨ ਇਤਿਹਾਸ ਦੀ ਕਥਾ ਦੇ ਵਿੱਚੋਂ ਆਪ ਜੀਆਂ ਨੇ ਸਰਵਣ ਕੀਤਾ ਸੀ ਭਾਈ ਹੰਦਾਲ ਜੀ ਦੀ ਕੁੱਲ ਵਾਲਿਆਂ ਨੇ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਖਿਲਾਫਤ ਕੀਤੀ, ਆਪਣੇ ਵੱਡੇ ਹਿੰਦਾਲ ਦੀ ਵਡਿਆਈ ਗੁਰੂ ਸਾਹਿਬ ਤੋਂ ਵੱਧ ਕੇ ਲਿਖੀ। ਇਹੋ ਹਾਲ ਫਿਰ ਜਨਮ ਸਾਖੀ ਦਾ ਭਗਤ ਕਬੀਰ ਜੀਆਂ ਦੀ ਅੰਸ ਵੰਸ ਵਿੱਚੋਂ ਕਿਸੇ ਸਾਕਤ ਨੇ ਕੀਤਾ। ਪਰ ਕਵੀ ਜੀ ਲਿਖਦੇ ਆ, ਦੁੱਧ ਵਿੱਚ ਪਈ ਹੋਈ ਮੱਖੀ ਨੂੰ ਕੋਈ ਵੇਖ ਕੇ ਨਿਗਲਦਾ ਨਹੀਂ, ਜੇ ਕੋਈ ਨਿਗਲ ਲੈਂਦਾ ਉਹ ਦੁੱਧ ਤੋਂ ਵੀ ਜਾਂਦਾ। ਕਿਵੇਂ ਕਿਵੇਂ ਉਹਨਾਂ ਨੇ ਇਤਿਹਾਸ ਨੂੰ ਸੋਧਿਆ ਗੁਰਬਾਣੀ ਦੇ ਮੁਤਾਬਕ, ਧਾਰਮਿਕ ਰਚਨਾਵਾਂ ਦੇ ਮੁਤਾਬਕ, ਪੁਰਾਤਨ ਸਿੱਖਾਂ ਦੇ ਮੁਤਾਬਕ, ਉਹ ਬੜੇ ਵਿਸਥਾਰ ਸਹਿਤ ਦੱਸ ਰਹੇ ਆ। ਇੱਥੋਂ ਤੱਕ ਕਵੀ ਜੀ ਨੇ ਕਿਹਾ, ਜੇ ਕੋਈ ਸਾਕਤ ਨਾਸਤਕ ਪੁਰਸ਼ ਦਾ ਸੰਗ ਕਰੇਗਾ, ਕਿੱਡਾ ਵੀ ਵੱਡਾ ਗੁਰਮੁਖ ਕਿਉਂ ਨਾ ਹੋਏ, ਕੀਤੀ ਗਰਾਈ ਉਹਨੇ ਆਪਣੀ ਖੂਹ ਵਿੱਚ ਪਾ ਲੈਣੀ ਜਦੋਂ ਮਨ ਵਿੱਚ ਸ਼ੰਕਾ ਬਣ ਗਿਆ। ਆਓ ਕੁਝ ਸਮਾਂ ਮਨ ਬਿਰਤੀਆਂ ਨੂੰ ਇਕਾਗਰ ਚਿੱਤ ਬਣਾਈਏ। ਪਾਓ ਪਿਆਰ ਦੀ ਸਾਂਝ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੇਮੁਖ ਮਨਜ ਆਲੂਕ ਜੋ, ਸਾਕਤ ਮਨ ਬਚਕਾਏ, ਤਿਨ ਕੇ ਸੰਗ ਨ ਬਹਿਸ ਹੋ, ਨਹ ਕਛੇ ਕਹੋ ਆਲਾਏ। ਚੂੜਾਮਣ ਕਵੀ ਭਾਈ ਸੰਤੋਖ ਸਿੰਘ ਗੁਰੂ ਨਾਨਕ ਸਾਹਿਬ ਜੀਆਂ ਦੀ ਪਾਵਨ ਜੀਵਨੀ ਆਪਣੀ ਕਲਮ ਦੇ ਨਾਲ ਲਿਖ ਰਹੇ ਨੇ, ਪਰ ਲਿਖਣ ਤੋਂ ਪਹਿਲਾਂ ਉਹਨਾਂ ਨੇ ਕਥਾ ਦੇ ਕੁਝ ਅਸੂਲ ਦੱਸੇ ਆ। ਜਿਹੜੇ ਗੁਰੂ ਦੇ ਪਿਆਰੇ ਸਿੱਖ ਨੇ ਉਹ ਕਦੇ ਬੇਮੁਖ ਪੁਰਸ਼ਾਂ ਦੇ ਪਾਸ ਨਹੀਂ ਬਹਿੰਦੇ। ਬੇਮੁਖ ਕੌਣ ਹੈ? ਜਿਹਦੇ ਜੀਵਨ ਵਿੱਚ ਗੁਰੂ ਦਾ ਕੋਈ ਡਰ ਨਹੀਂ, ਭੈ ਨਹੀਂ, ਪ੍ਰੇਮ ਨਹੀਂ, ਲਿਬਾਸ ਕਰਕੇ ਭਾਵੇਂ ਉਹ ਗੁਰੂ ਵਾਲਾ ਵੀ ਕਿਉਂ ਨਾ ਹੋਵੇ। ਐਸੇ ਸਾਕਤ ਲੋਕਾਂ ਦੇ ਕੋਲ ਬੈਠਣ ਦੇ ਨਾਲੋਂ ਮਰਨਾ ਚੰਗਾ ਹੈ। ਤਿੰਨ ਕੇ ਪਾਸ ਨਾ ਬੈਠੀ ਹੈ। ਪਹਿਲਾ ਗੁਣ ਕਥਾ ਸੁਣਨ ਦਾ ਇਹ ਹੈ, ਤਰਕ ਕਰਨ ਵਾਲੇ ਲੋਕੀ, ਗੁਰੂ ਤੋਂ ਬੇਮੁਖ, ਜਿਨ੍ਹਾਂ ਨੂੰ ਗੁਰੂ ਦੀ ਸਮਝ ਕੋਈ ਨਹੀਂ, ਗੁਰੂ ਦੇ ਗਿਆਨ ਦਾ ਪਤਾ ਹੀ ਕੋਈ ਨਹੀਂ। ਕਵੀ ਜੀ ਕਹਿੰਦੇ ਉਹਨਾਂ ਕੋਲ ਬੈਠ ਕੇ ਕਦੇ ਗੱਲ ਨਾ ਕਰੋ, ਉਹਨਾਂ ਤੋਂ ਹਮੇਸ਼ਾ ਦੂਰੀ ਬਣਾਓ, ਕਿਉਂਕਿ ਸੂਰਜ ਦੇ ਚੜ੍ਹਿਆਂ ਪੂਰੀ ਪ੍ਰਿਥਵੀ ਦੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈ, ਕੋਈ ਉਲੰਭਾ ਨਹੀਂ, ਇੱਕ ਉੱਲੂ ਨੂੰ ਛੱਡ ਕੇ। ਹੁਣ ਜੇ ਉੱਲੂ ਕੋਲ ਜਾ ਕੇ ਪੁੱਛੀਏ, ਉੱਲੂ ਆਖਦਾ
ਸਾਡੇ ਹੁੰਦਿਆਂ ਸੂਰਜ ਚੜਿਆ ਨਾ ਚੜਿਆ ਇੱਕ ਬਰਾਬਰ ਹੈ, ਕਿਉਂਕਿ ਸਾਨੂੰ ਕਿਹੜਾ ਦਿਸਦਾ ਹੈ। ਉੱਲੂ ਅੰਧ ਕਰੰਤ, ਰਾਤ ਦੇ ਹਨੇਰਿਆਂ ਵਿੱਚ ਉੱਲੂ ਨੂੰ ਦਿਸਦਾ ਹੈ, ਪਰ ਚੜ੍ਹੇ ਦਿਨ ਵਿੱਚ ਕੁਝ ਨਜ਼ਰ ਨਹੀਂ ਆਉਂਦਾ। ਸਾਕਤ ਤੇ ਮਨਮੁਖ ਲੋਕ, ਉਹਨਾਂ ਨੂੰ ਕਦੇ ਪਰਮਾਤਮਾ ਤੇ ਪਰਮੇਸ਼ਰ ਦੇ ਪਿਆਰੇ ਨਹੀਂ ਦਿਸਦੇ। ਉਹਨਾਂ ਦੇ ਕੋਲ ਬੈਠ ਕੇ ਵੀ ਕਈ ਵਾਰ ਉਹ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਦਿਲ ਦੁਖਾਉਣ ਵਾਲੀਆਂ ਨੇ, ਰੱਬ ਨਾਲੋਂ ਤੋੜਨ ਵਾਲੀਆਂ ਨੇ। ਇਸੇ ਕਰਕੇ ਬਾਣੀ ਨੇ ਲਿਖਿਆ, ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ। ਸਾਕਤ ਪੁਰਸ਼ ਜਿਹਦੇ ਕਰਮਾਂ ਦੇ ਪਾਪ ਬਹੁਤ ਆ, ਜਿਹਦਾ ਮਨ ਕਦੇ ਟਿਕਦਾ ਹੀ ਨਹੀਂ, ਅੰਦਰੋਂ ਬੇਈਮਾਨ ਬੜਾ ਹੈ। ਕਹਿੰਦੇ ਐਸੇ ਲੋਕਾਂ ਦੇ ਕਦੇ ਪਰਛਾਵੇ ਦੇ ਕੋਲ ਵੀ ਸਿੱਖ ਨੇ ਬੈਠਣਾ ਨਹੀਂ। ਚੌਪਈ ਜੋ ਸਾਕਤ ਮਤ ਜਗਤ ਕੇ ਮਾਹੀ, ਚਿਤ ਸਮਝਤ ਸੋ ਕਦਾ ਚਿਤ ਨਾਹੀ। ਹੁਣ ਸਾਕਤਾਂ ਦੇ ਕੋਲ ਬੈਠਣਾ ਕਿਉਂ ਨਹੀਂ? ਕਵੀ ਜੀ ਲਿਖ ਰਹੇ ਆ, ਕਹਿੰਦੇ ਸਾਕਤ ਬੰਦੇ ਦੇ ਕੋਲ ਬੈਠੋਗੇ ਉਹਨੇ ਤੁਹਾਡੀ ਪਹਿਲਾਂ ਗੱਲ ਸੁਣਨੀ ਨਹੀਂ, ਜਿਹਨੇ ਸੁਣਨੀ ਨਹੀਂ ਉਹਨੇ ਮੰਨਣੀ ਕੀ? ਆਖੋ ਸਤਨਾਮ। ਕਦੇ ਸਾਕਤ ਮਨਮੁਖ ਬੰਦੇ ਦੀ ਨਿਸ਼ਾਨੀ ਕੀ ਹੈ? ਉਹਦੇ ਕਿਹੜਾ ਪੂਛ ਲੱਗੀ ਹੋਈ ਹੈ, ਵੀ 8 ਲੱਤਾਂ ਨੇ, ਹੈ ਉਹ ਸਾਡੇ ਵਰਗਾ ਹੀ, ਪਰ ਉਹ ਸਾਰੀਆਂ ਗੱਲਾਂ ਸੁਣ ਕੇ ਕਹਿੰਦਾ ਮੈਂ ਬਲੀਵ ਨਹੀਂ ਕਰਦਾ, ਮੈਨੂੰ ਭਰੋਸਾ ਨਹੀਂ ਹੈ। ਕਹਿੰਦੇ ਭਾਈ ਐਸੀ ਮੱਤ ਵਾਲੇ ਲੋਕਾਂ ਦੇ ਕੋਲ ਬੈਠਣਾ ਨਹੀਂ, ਉਲਝਣਾ ਨਹੀਂ, ਬੁਲਾਉਣਾ ਨਹੀਂ, ਬੋਲਣਾ ਨਹੀਂ, ਕਿਉਂਕਿ ਉਹਨਾਂ ਨੂੰ ਜਿੰਨਾ ਮਰਜ਼ੀ ਮਨਾ ਲਿਓ ਕਦੇ ਮੰਨਦੇ ਨਹੀਂ ਹੁੰਦੇ। ਸਾਕਤ ਬੰਦੇ ਦਾ ਚਿੱਤ ਪੱਥਰ ਵਰਗਾ ਹੁੰਦਾ ਹੈ। ਪੱਥਰ ਜੁੱਗਾਂ ਬੱਧੀ ਪਾਣੀ ਵਿੱਚ ਪਿਆ ਰਵੇ, ਅੰਦਰੋਂ ਕਦੇ ਗੱਲਾ ਨਹੀਂ ਹੁੰਦਾ, ਕਦੇ ਸਿੱਲਾ ਨਹੀਂ ਹੁੰਦਾ। ਜਦ ਮਰਜ਼ੀ ਪੱਥਰ ਹਜ਼ਾਰਾਂ ਸਾਲਾਂ ਬਾਅਦ ਪਾਣੀ ਵਿੱਚੋਂ ਕੱਢ ਕੇ ਤੋੜੋਗੇ, ਅੰਦਰੋਂ ਸੁੱਕੇ ਦਾ ਸੁੱਕਾ। ਕਹਿੰਦੇ ਸਾਕਤ ਬੰਦੇ ਦਾ ਚਿੱਤ ਅੰਦਰੋਂ ਪੱਥਰ ਵਰਗਾ ਹੁੰਦਾ ਏ। ਪੱਥਰ ਨਾਲ ਪੱਥਰ ਰਗੜੇ ਅੱਗ ਨਿਕਲਦੀ ਹੈ। ਜਦ ਕੋਈ ਗੁਰਮੁਖ ਪਿਆਰਾ ਕਿਸੇ ਸਾਕਤ ਕੋਲ ਬਹਿ ਕੇ ਰੱਬ ਦੀਆਂ ਗੱਲਾਂ ਕਰਦਾ, ਕਹਿੰਦੇ ਉਹ ਗੱਲਾਂ ਫਜ਼ੂਲ ਨੇ। ਕਿਸੇ ਮਨਮੁਖ ਬੰਦੇ ਕੋਲ ਬਹਿ ਕੇ ਆਖੋ ਰੱਬ ਇੰਨਾ ਵੱਡਾ ਹੈ, ਪਰਮਾਤਮਾ ਇਹ ਕਰਦਾ, ਉਹ ਕਹਿੰਦਾ ਮੈਂ ਨਹੀਂ ਮੰਨਦਾ, ਨਾ ਮੈਂ ਗੁਰਦੁਆਰੇ ਜਾਵਾਂ, ਨਾ ਮੈਂ ਸਤਸੰਗ ਨੂੰ ਮੰਨਾਂ, ਨਾ ਮੈਂ ਮੰਦਰ ਮਸਜਿਦ ਨੂੰ ਮੰਨਾਂ, ਮੈਂ ਤੇ ਰੱਬ ਨੂੰ ਨਹੀਂ ਮੰਨਦਾ। ਕੀ ਕਰੋਗੇ? ਸਾਕਤ ਬੰਦੇ ਨੂੰ ਕੋਈ ਮਨਾ ਨਹੀਂ ਸਕਦਾ, ਕਿਉਂਕਿ ਰੱਬ ਨੇ ਲਿਖ ਦਿੱਤਾ ਵੀ ਤੇਰੇ ਕਰਮ ਹੀ ਮਾੜੇ ਨੇ, ਤੂੰ ਜੋ ਕਰਨਾ ਆ ਉਹ ਕਰਕੇ ਜਾ, ਤੂੰ ਚੰਗਾ ਸੋਚ ਵੀ ਨਹੀਂ ਸਕਦਾ। ਕਿਸੇ ਸਾਕਤ ਬੰਦੇ ਨੂੰ ਧਰਮੀ ਬਣਾ ਸਕਦੇ ਹੋ? ਮਨਮੁਖ ਬੰਦੇ ਕੋਲ ਬਹਿ ਕੇ ਰੱਬ ਦੀ ਗੱਲ ਕਰੋ, ਉਹਨੂੰ ਕੋਈ ਫਾਇਦਾ ਨਹੀਂ ਹੋਣਾ। ਕੱਪੜੇ ਝਾੜੋ ਨੇ ਉੱਠ ਕੇ ਕਹਿਣਾ ਲੈ ਇਹੋ ਜਿਹੀਆਂ ਬੜੀਆਂ ਸੁਣੀਆਂ, ਕਿਉਂਕਿ ਨਾਸਤਕ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ। ਕਵੀ ਜੀ ਕਹਿੰਦੇ ਭਾਵਨਾ ਤੋਂ ਰਹਿਤ ਲੋਕਾਂ ਨੂੰ ਸਮਝਾਉਣ ਦਾ ਕੀ ਫਾਇਦਾ ਹੈ? ਉਹ ਮਗਜ ਖਪਾਈ ਹੈ, ਸਿਰ ਦੁਖਣ ਲੱਗ ਜਾਣਾ ਹੈ। ਪਰ ਉਹਨਾਂ ਨੂੰ ਫਰਕ ਨਹੀਂ ਹੁੰਦਾ। ਜੇ ਬਿਦ ਆਪ ਆਨ ਸਮਝਾਵੇ, ਨਹੀਂ ਦੁਸ਼ਟਟਾ ਔਰ ਤੇ ਜਾਵੇ। ਪਰ ਕੋਈ ਆਖੇ ਮੈਂ ਨਾਸਤਕ ਬੰਦੇ ਤੇ ਪਾਪੀ ਬੰਦੇ ਨੂੰ ਧਰਮੀ ਬਣਾ ਲਿਆ, ਉਹ ਕਹਿੰਦੇ ਕਰੇਗਾ ਕੀ? ਤੇਰੀਆਂ ਗੱਲਾਂ ਨਾਲ ਬਾਹਰੋਂ ਸਹਿਮਤ ਹੋ ਜੂ, ਪਰ ਅੰਦਰ ਤੋਂ ਦੁਸ਼ਟਤਾਈ ਨਹੀਂ ਛੱਡ ਸਕਦਾ। ਜਿਹੜਾ ਚੋਰ ਹੈ ਨਾ, ਜੋ ਸੁਧਰਨਾ ਹੀ ਨਹੀਂ ਚਾਹੁੰਦਾ, ਲੱਖ ਧਰਮ ਦੀਆਂ ਕਿਤਾਬਾਂ ਪੜ੍ਹਾ ਦਿਓ, ਉਹਨੇ ਧਰਮ 'ਚ ਵੀ ਚੋਰ ਮੋਰੀਆਂ ਲੱਭ ਲੈਣੀਆਂ। ਬੇਈਮਾਨ ਬੰਦੇ ਨੂੰ ਧਰਮ ਦੀ ਦੁਨੀਆ 'ਚ ਲਿਆ ਕੇ ਮੋਢੀ ਬਣਾ ਦਿਓ, ਉਹਦੇ ਅੰਦਰ ਤੋਂ ਪਾਪ ਹੀ ਨਹੀਂ ਜਾਂਦਾ, ਦੁਸ਼ਟਤਾਈ ਤਿਆਗ ਨਹੀਂ ਸਕਦਾ। ਸੁਣਿਆ ਜ਼ਰੂਰ ਹੈ, ਮੰਨ ਨਹੀਂ ਸਕਦਾ, ਮੰਨਿਆ ਵੀ ਹੈ ਜੇ ਤਿੱਕ ਮਾ ਨਹੀਂ ਸਕਦਾ, ਕਿਉਂਕਿ ਰੱਬ ਤੋਂ ਟੁੱਟੇ ਹੋਏ ਪੁਰਸ਼ ਨੇ। ਕਵੀ ਜੀ ਕਹਿੰਦੇ ਮਨਾਇਆ ਨਹੀਂ ਜਾ ਸਕਦਾ ਇਹ ਉਹਨਾਂ ਨੂੰ। ਇਸੇ ਕਰਕੇ ਸਤਿਗੁਰ ਬਾਣੀ ਵਿੱਚ ਕਹਿੰਦੇ ਆ, ਬਿਨ ਗੁਣ ਗਾਹਕ ਵੇਚੀਐ ਤੋ ਗੁਣ ਸਹਿਗੋ ਜਾਏ। ਕਹਿੰਦੇ ਬਿਨਾਂ ਗਾਹਕ ਤੋਂ ਕੋਈ ਚੀਜ਼ ਵੇਚਣ ਜਾਈਏ ਖਾਲੀ ਜਾਏਗਾ, ਬੇਕਦਰੀ ਕਰਾਏਗਾ। ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਬਕਾਏ। ਤੇਰੇ ਕੋਲ ਕੋਈ ਗੁਣ ਦਾ ਗਾਹਕ ਹੈ ਨਾ, ਮੰਨ ਲਓ ਤੁਹਾਡੇ ਤੋਂ ਕਿਸੇ ਨੇ ਕੁਝ ਸਿੱਖਣਾ ਹੈ, ਟਿਊਸ਼ਨ ਲੈਣਾ ਹੈ, ਕੋਈ ਗੁਣ ਸਿੱਖਣਾ ਹੈ, ਉਹ ਮਿੰਨਤਾਂ ਤਰਲੇ ਤੁਹਾਡੇ ਕਰਦਾ ਫਿਰੂ, ਆਖੂਗਾ ਮੈਂ ਤੇਲ ਫੂਕ ਕੇ ਵੀ ਆ ਜਾਊਂਗਾ ਪਰ ਮੈਨੂੰ ਸਿਖਾ ਦੇ। ਗੁਣ ਦਾ ਗਾਹਕ ਹੈ ਨਾ। ਮਰਦ ਕਹਿੰਦੇ ਜੇ ਤੈਨੂੰ ਗੁਣ ਦਾ ਗਾਹਕ ਮਿਲਦਾ ਤਾਂ ਸਿਖਾ, ਤਾਂ ਬੈਠ ਕੋਲੇ। ਅਣਜਾਣ ਬੰਦੇ ਕੋਲ ਜਾ ਕੇ ਆਪਣੀ ਸਲਾਹ ਵੀ ਦੇ ਕੇ ਵੇਖ ਲਓ, ਇੱਜ਼ਤ ਨਹੀਂ ਹੋਣੀ। ਬਿਨਾਂ ਵਜ੍ਹਾ ਸਲਾਹ ਦੇ ਕੇ ਦੇਖੋ, ਇੱਜ਼ਤ ਘਟ ਜਾਂਦੀ ਹੈ। ਬੇਵਜ੍ਹਾ ਗੁਣ ਸਿਖਾ ਕੇ ਵੇਖੋ, ਬਦਨਾਮੀ ਹੋ ਜਾਂਦੀ ਹੈ।
ਕਿਉਂਕਿ ਉਹਨੇ ਖੱਟਣਾ ਕੁਝ ਨਹੀਂ, ਉਹਨੇ ਸਿੱਖਣਾ ਕੁਝ ਨਹੀਂ, ਮੁੜ ਕੇ ਆਖਣਾ ਮੇਰੇ ਉਸਤਾਦ ਵਿੱਚ ਦਮ ਨਹੀਂ ਸੀ, ਸਿਖਾ ਨਹੀਂ ਸਕਿਆ। ਤੁਸੀਂ ਦੁਨੀਆ ਤੇ ਕਿਸੇ ਨੂੰ ਕੁਝ ਨਹੀਂ ਸਿਖਾ ਸਕਦੇ, ਕਿਸੇ ਨੂੰ ਸਿੱਖ ਵੀ ਨਹੀਂ ਬਣਾ ਸਕਦੇ। ਕਿਉਂ? ਜਦ ਤੱਕ ਕੋਈ ਆਖੇ ਮੈਂ ਸੁਧਰਨਾ ਨਹੀਂ, ਸੁਧਾਰ ਲੋਗੇ। ਬੜੇ ਲੋਕ ਨੇ ਜੇਲ੍ਹਾਂ ਦੀਆਂ ਸਜ਼ਾਵਾਂ ਭੁਗਤ ਕੇ ਸੁਧਰ ਜਾਂਦੇ ਨੇ, ਪਰ ਬੜੇ ਐਸੇ ਵੀ ਤੇ ਹੈਗੇ ਆ ਜਿਹੜੇ ਜੇਲ੍ਹਾਂ 'ਚ ਜਾ ਕੇ ਬਦਮਾਸ਼ ਬਣ ਜਾਂਦੇ, ਵਿਗੜ ਜਾਂਦੇ ਆ। ਸੁਧਾਰਦਾ ਕੋਈ ਉਹਨਾਂ ਨੂੰ? ਇਨਸਾਨ ਸੁਧਰਨਾ ਚਾਹੇ ਕੋਈ ਸੁਧਾਰ ਸਕਦਾ ਹੈ, ਬੰਦਾ ਰੱਬ ਨਾਲ ਜੁੜਨਾ ਚਾਹੇ ਕੋਈ ਜੋੜ ਸਕਦਾ ਹੈ। ਇੱਕ ਬੰਦਾ ਆ ਕੇ ਮੈਂ ਜੁੜਨਾ ਹੀ ਨਹੀਂ ਚਾਹੁੰਦਾ, ਦੱਸੋ ਕੀ ਕਰੋਗੇ, ਸੁਣਾਓ ਸਾਰੀ ਕਥਾ। ਉਹ ਫਿਰ ਕੱਪੜੇ ਝਾੜ ਕੇ ਕਹਿੰਦਾ ਅੱਜ ਦੇਗ ਬੜੀ ਸਵਾਦ ਸੀ, ਅੱਜ ਲੰਗਰ ਬੜਾ ਸਵਾਦ ਸੀ, ਇੱਥੇ ਖੜਿਆ ਉਹ, ਕਿਉਂਕਿ ਉਹਨੇ ਜੁੜਨਾ ਨਹੀਂ ਹੈ। ਜੇ ਕੋਈ ਟੁੱਟਣਾ ਚਾਹੁੰਦਾ ਹੈ ਉਹਨੂੰ ਲੱਖ ਜੋੜੀ ਚੱਲੋ। ਕੋਈ ਤੁਹਾਡੇ ਤੋਂ ਰਿਸ਼ਤਾ ਤੋੜਨ ਤੇ ਆਇਆ, ਲੱਖ ਮਿੰਨਤਾਂ ਕਰ ਲਓ, ਤਰਲੇ ਕਰ ਲਓ, ਜੋੜਨਾ ਨਹੀਂ ਚਾਹੁੰਦਾ। ਇਹੀ ਗੁਰੂ ਸਾਹਿਬ ਨੇ ਸਿਖਾਇਆ। ਕਹਿੰਦੇ ਬਿਨਾਂ ਗੁਣ ਤੋਂ, ਬਿਨਾਂ ਗਾਹਕ ਤੋਂ ਕਿਸੇ ਨੂੰ ਚੰਗਾ ਗੁਣ ਦੇਏਗਾ ਤੇਰੀ ਕਦਰ ਨਹੀਂ ਹੋਣੀ। ਭਾਵ ਕੀ ਹੈ? ਬੰਦਗੀ ਵਾਲਿਆਂ ਕੋਲ ਜਾ ਕੇ ਬੈਠੇਗਾ, ਬੰਦਗੀ ਕਰਨਗੇ, ਨਾਮ ਜਪਣਗੇ, ਜਪਾਉਣਗੇ, ਤੇਰੀ ਇੱਜ਼ਤ ਕਰਨਗੇ। ਮਨਮੁਖਾਂ ਕੋਲ ਜਾ ਕੇ ਰੱਬ ਦੀ ਗੱਲ ਕਰਕੇ ਵੇਖ, ਤੈਨੂੰ ਕੱਲਿਆਂ ਛੱਡ ਜਾਣਗੇ। ਆਖੋ ਸਤਨਾਮ। ਇਸੇ ਕਰਕੇ ਬਾਣੀ ਨੂੰ ਕਹਿਣਾ ਪਿਆ ਮਨਮੁਖ ਸੇਤੀ ਦੋਸਤੀ, ਥੋੜੜਿਆ ਦਿਨ ਚਾਰ। ਕਹਿੰਦੇ ਮਨਮੁਖ ਲੋਕਾਂ ਦੀ ਦੋਸਤੀ 4 ਦਿਹਾੜੇ ਹੈ, 4 ਦਿਨਾਂ ਦੀ ਹੈ, ਕਿਉਂਕਿ ਗੁਰਮੁਖਾਂ ਦੀ ਮਨਮੁਖਾਂ ਨਾਲ ਬਣਦੀ ਨਹੀਂ ਹੈ। ਭਗਤਾ ਤੇ ਸਹਿ ਸਾਰੀਆ ਜੋੜ ਕਦੇ ਨਾ ਆਇਆ। ਇਸੇ ਕਰਕੇ ਦੱਸ ਰਹੇ ਨੇ ਕਵੀ ਜੀ, ਕਹਿੰਦੇ ਗੁਰਸਿੱਖੋ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣਨ ਵਾਲਾ ਜੇ ਕਿਸੇ ਨਾਸਤਕ ਬੰਦੇ ਕੋਲ ਬੈਠੂਗਾ ਨਾ ਤੇ ਉਹ ਆਪਣੇ ਗੁਰੂ ਦੀ ਵਡਿਆਈ ਸੁਣਾ ਨਹੀਂ ਸਕਦਾ। ਤੁਸੀਂ ਕਿਸੇ ਨੂੰ 1 ਘੰਟਾ ਲਾ ਕੇ ਸੁਣਾਇਆ, ਰੱਬ ਨੇ ਆਹ ਕੀਤਾ, ਗੁਰੂ ਸਾਹਿਬ ਨੇ ਆਹ ਕੀਤਾ, ਉਹ ਘੰਟਾ ਸੁਣ ਕੇ ਉੱਠ ਕੇ ਕਹਿੰਦਾ ਨੀਂਦ ਆਉਂਦੀ, ਯਾਰ ਮੈਨੂੰ ਸਮਝ ਨਹੀਂ ਆਇਆ। ਕੀ ਫਾਇਦਾ ਹੈ? ਕੋਈ ਲਾਭ ਹੋਇਆ? ਸੁਣਾ ਕੇ ਮਨ ਦੁਖੀ ਹੋਇਆ ਵੀ ਇਸ ਬੰਦੇ ਨੂੰ ਕਦਰ ਕੋਈ ਨਹੀਂ, ਮੈਂ ਰੱਬ ਦੀ ਗੱਲ ਸੁਣਾਈ ਸੁਣਦਾ ਹੀ ਨਹੀਂ ਹੈ। ਤੇ ਸੁਣਾਉਣੀ ਕਿਉਂ ਹੈ? ਸੁਣਾਇਆ ਉਹਨੂੰ ਜਾਂਦਾ ਜੋ ਸੁਣਨ ਆਵੇ, ਸਿਖਾਇਆ ਉਹਨੂੰ ਜਾਂਦਾ ਜੋ ਸਿੱਖਣ ਆਵੇ। ਕਿਉਂਕਿ ਸਿੱਖਣ ਆਉਣ ਵਾਲੇ ਨੇ ਕਦਰ ਕਰਨੀ ਹੈ, ਇੱਜ਼ਤ ਕਰਨੀ ਹੈ, ਸਿੱਖਣਾ ਚਾਹੁੰਦਾ ਹੈ। ਇਸੇ ਕਰਕੇ ਕਵੀ ਸੰਤੋਖ ਸਿੰਘ ਆਖਣ ਲੱਗੇ, ਗੁਰਸਿੱਖੋ, ਗੁਰੂ ਨਾਨਕ ਸਾਹਿਬ ਦੀ ਇਹ ਪਾਵਨ ਮਹਿਮਾ, ਪਾਵਨ ਕਥਾ ਬੜੀ ਵੱਡੀ ਹੈ। ਨਾਸਤਕ ਲੋਕ ਜੇ ਸੁਣ ਵੀ ਲੈਣਗੇ ਨਾ, ਮਨਮੁਖ ਸੁਣ ਕੇ ਟਿਚਰਾਂ ਹੀ ਕਰਨਗੇ। ਆਖੋ ਸਤਨਾਮ। ਕਿਉਂਕਿ ਉਹਨਾਂ ਅੰਦਰ ਸੋਝੀ ਨਹੀਂ ਹੈ, ਅੰਦਰ ਪ੍ਰੇਮ ਨਹੀਂ। ਰਸ ਉਖੈ ਕੀਲ ਤੈ ਸੋ ਪਲ ਹੈ, ਹਾਨਤ ਸੋ ਤੇ ਕਰ ਅਲ ਬਲ ਹੈ। ਤੇ ਕਵੀ ਜੀ ਨੂੰ ਉਸ ਵੇਲੇ ਕੁਝ ਗੁਰਸਿੱਖਾਂ ਨੇ ਬੇਨਤੀ ਕੀਤੀ। ਕਹਿੰਦੇ ਬਾਬਾ ਜੀ ਕਿਰਪਾ ਕਰਕੇ ਇਹ ਦੱਸੋ ਵੀ ਮਨਮੁਖ ਬੰਦਾ ਸੁਧਰ ਕਿਉਂ ਨਹੀਂ ਸਕਦਾ? ਗੁਰੂ ਤੇ ਸੁਧਾਰ ਦਿੰਦਾ, ਗੁਰੂ ਸੁਧਾਰ ਸਕਦਾ ਹੈ, ਗੁਰੂ ਬੇਅੰਤ ਹੈ, ਸਤਿਗੁਰ ਡਾਢਾ ਹੈ। ਪਰ ਇੱਕ ਉਹਨਾਂ ਨੇ ਫਿਰ ਐਗਜ਼ਾਮਪਲ ਦਿੱਤੀ ਹੈ। ਕੌੜ ਤੁਮਿਆਂ ਨੂੰ ਤੁਸੀਂ ਜਾਣਦੇ ਹੋਗੇ, ਪਿੰਡਾਂ ਦੇ ਵਿੱਚ ਆਮ ਹੁੰਦੇ ਸੀ ਪਹਿਲਾਂ, ਮਾਲਵੇ 'ਚ ਅੱਜ ਵੀ ਹੁੰਦੇ ਆ। ਕੌੜ ਤੁੰਬਾ ਧਰਤੀ ਦੀ ਇੱਕ ਜ਼ਹਿਰ ਹੈ, ਕੁੜੱਤਣ। ਕਰੇਲਾ ਕਰੂਲਾ ਤੇ ਕੁਛ ਵੀ ਨਹੀਂ, ਨਿੰਮ ਉਹਦੇ ਸਾਹਮਣੇ। ਕਹਿੰਦੇ ਕੌੜ ਤੁੰਮਿਆਂ ਦੀ ਵੇਲ ਬੀਜਣ ਦੀ ਲੋੜ ਨਹੀਂ, ਆਪੀ ਹੋ ਜਾਂਦੀ ਹੈ। ਮੰਨ ਲਓ ਕਿਸੇ ਨੇ ਬੀਜ ਲਈ, ਕਿਸੇ ਸਿਆਣੇ ਨੇ ਕਿਹਾ, ਕਹਿੰਦੇ ਇਹਨੂੰ ਮਿੱਠਾ ਕਰ ਲਓ। ਫਿਰ ਬਾਣੀ ਨੇ ਪ੍ਰਮਾਣ ਦਿੱਤਾ ਉੱਥੇ, ਕਿਉਂਕਿ ਕੋਈ ਵੀ ਗੱਲ ਬਾਣੀ ਤੋਂ ਬਾਹਰ ਨਹੀਂ ਹੋਣੀ ਚਾਹੀਦੀ। ਸਤਿਗੁਰ ਲਿਖਦੇ ਆ, ਤੁੰਮੀ ਤੁੰਮਾ ਵਿਸ ਆਕਤ ਧੂਰਾ ਨਿੰਮ ਫਲ। ਤੁੰਮੀ ਨਾਮ ਹੈ ਕੌੜ ਤੁੰਮੇ ਦਾ। ਕਹਿੰਦੇ ਤੁੰਮੀ ਤੁੰਮਾ ਵਿਸ, ਵਿਸ ਨਾਮ ਹੈ ਜ਼ਹਿਰ ਦਾ। ਫਿਰ ਅੱਕ, ਅੱਕ ਕੀ ਮਿੱਠਾ ਹੁੰਦਾ ਜੀ? ਅੱਖਾਂ ਦੀ ਨਜ਼ਰ ਚਲੇ ਜਾਂਦੀ, ਜ਼ਹਿਰ ਵਰਗਾ ਕੌੜ ਹੈ। ਧਤੂਰਾ ਸ਼ਾਇਦ ਕੋਈ ਜਾਣਦਾ ਹੋਵੇ, ਤੁਹਾਡੇ 'ਚ ਪਿੰਡਾਂ ਨਾਲ ਜੁੜੇ ਜਾਣਦੇ ਆ। ਧਤੂਰਾ ਇੱਕ ਤਰ੍ਹਾਂ ਦੀ ਜ਼ਹਿਰ ਆ ਤੇ ਨਸ਼ੇੜੀ ਉਹਨੂੰ ਕਰਦੇ ਆ, ਪੀਂਦੇ ਆ। ਸ਼ਿਵ ਨੇ ਪੀਤਾ ਧਤੂਰਾ। ਨਿੰਮ ਆਮ ਲੱਗੀ ਹੈ। ਕਹਿੰਦੀ ਨਿੰਮ ਦਾ ਫਲ ਨਮੋਲੀ ਮਿੱਠੀ ਨਹੀਂ ਹੈ, ਉਹ ਵੀ ਕੌੜੀ ਹੈ। ਬਾਣੀ ਕਹਿ ਰਹੀ ਹੈ ਤੁੰਮੀ ਤੁੰਮਾ ਵਿਸ ਅੱਕ ਧਤੂਰਾ ਨਿੰਮ ਫਲ। ਹੁਣ ਜੇ ਕੋਈ ਬੰਦਾ ਆਖੇ ਜੀ ਮੈਂ ਕੌੜ ਤੁੰਮੇ ਦਾ ਮੁਰੱਬਾ ਪਾ ਲਿਆ, ਮੈਂ ਚੀਨੀ 'ਚ ਡੁਬੋ ਕੇ ਰੱਖਿਆ ਜੀ, ਮਿੱਠਾ ਹੋ ਗਿਆ। ਹੋਇਆ ਕਦੇ? ਕਰੇਲਾ ਮਿੱਠਾ ਹੋ ਜਾਊਗਾ? ਨਿੰਮ ਦੇ ਪੱਤੇ ਮਿੱਠੇ ਹੋਣਗੇ ਕਦੇ? ਧਤੂਰਾ ਮਿੱਠਾ ਹੋ ਸਕਦਾ ਹੈ? ਇਹ ਦੁਨਿਆਵੀ ਉਹ ਚੀਜ਼ਾਂ ਨੇ ਕੁਦਰਤ ਦੀਆਂ ਜਿਨ੍ਹਾਂ ਨੂੰ ਤੁਸੀਂ ਮਿੱਠੀਆਂ ਬਣਾ ਨਹੀਂ ਸਕਦੇ। ਲੱਖ ਯਤਨ ਕਰਕੇ ਵੀ ਤੁਸੀਂ ਇਹਨਾਂ ਨੂੰ ਮਿਠਾਸ ਪਾਓਗੇ, ਫਿਰ ਵੀ ਕਿਤੇ ਨਾ ਕਿਤੇ ਦੱਸਣਗੇ ਅਸੀਂ ਹਾਂ ਕੁੜੱਤਣ ਹੈ ਸਾਡੀ। ਕਵੀ ਜੀ ਕਹਿੰਦੇ ਕਿਸੇ ਨੇ ਕੌੜ ਤੁੰਮਿਆਂ ਦੀ ਵੇਲ
ਮਿਸ਼ਰੀ ਦੀ ਕੰਧ ਬਣਾ ਕੇ ਚਾੜ੍ਹਦੀ ਵੀ ਚੱਲ ਫੁੱਲ ਖਿੜਿਆ ਜੇ ਮਿਸ਼ਰੀ ਮਿੱਠਾ। ਕਹਿੰਦੇ ਮਿਸ਼ਰੀ ਦੀ ਕੰਧ ਬਣੀ ਹੈ ਕਿਉਂਕਿ ਆਪਾਂ ਆਮ ਕਹਿੰਦੇ ਆ ਵੀ ਹਰ ਵੇਲ ਰੁੱਖ ਦਾ ਸੁਭਾਅ ਕੈਪਚਰ ਕਰਦੀ ਹੈ। ਸੁਭਾਵਿਕ ਗੱਲਾਂ ਨੇ, ਆਪਣੇ ਨਿੰਮ ਉੱਤੇ ਚੜੀ ਹੋਈ ਵੇਲ ਹੋਵੇ ਜਾਂ ਗਲੋ ਦੀ ਹੋਵੇ, ਲੋਕੀ ਕਹਿੰਦੇ ਬਈ ਅੰਮ੍ਰਿਤ ਵਰਗੀ ਹੈ ਜੇ ਨਿੰਮ ਤੇ ਚੜੀ ਹੋਈ ਹੈ। ਤੇ ਫਿਰ ਇੱਕ ਪੰਜਾਬੀ ਦਾ ਮੁਹਾਵਰਾ ਹੁੰਦਾ ਹੈ, ਕਹਿੰਦੇ ਇੱਕ ਨਿੰਮ ਉੱਤੇ ਚੜ ਗਈ ਕਰੇਲੇ ਦੀ ਵੇਲ। ਮੁਹਾਵਰਾ ਸੀ, ਹੁਣ ਵੀ ਹੈ। ਇਹਦਾ ਭਾਵ ਕੀ ਹੈ? ਕਹਿੰਦੇ ਘਰ ਵਾਲੀ ਵੀ ਜ਼ਹਿਰ ਵਾਂਗੂ ਭਰੀ ਸੀ, ਔਖੀ ਹੋਈ ਗੁੱਸੇ 'ਚ, ਤੇ ਘਰ ਵਾਲਾ ਵੀ ਉਹੋ ਜਿਹਾ। ਪਰ ਫਿਰ ਤੇ ਜਲੂਸ ਨਿਕਲੂ, ਆਖੋ ਸਤਨਾਮ। ਜੇ ਦੋਨੇ ਹੀ ਉਹੋ ਜਿਹੇ ਆ, ਦੋਨੇ ਹੀ ਲੜਾਕੇ ਆ, ਫਿਰ ਤੇ ਰੌਲਾ ਹੀ ਪੈਣਾ। ਕੌੜਾ ਸੁਭਾਅ ਹੈ। ਹੁਣ ਕੁੜੱਤਣ ਨੂੰ ਕੁੜੱਤਣ ਮਾਰ ਸਕਦੀ, ਪਰ ਉਹਦਾ ਨਤੀਜਾ ਕੀ ਹੈ? ਕੋਈ ਖਾਸ ਨਹੀਂ ਹੈ। ਕਿਸੇ ਨੇ ਕੌੜ ਤੁੰਮਿਆਂ ਦੀ ਵੇਲ ਬੀਜੀ, ਮਿਸ਼ਰੀ ਦਾ ਪਹਾੜ ਬਣਾ ਕੇ ਚਾੜ੍ਹਤੀ। ਕਹਿੰਦੇ ਅੱਜ ਨਹੀਂ ਕੱਲ ਕਦੇ ਤੇ ਮਿੱਠਾ ਹੋਵੇਗਾ। ਸਿਤਾ ਕੰਦ ਪਰ ਬਦ ਹੈ ਸੋਏ, ਘਟ ਤੁੰਬੀ ਕਬ ਮਦਰ ਨਾ ਹੋਏ। ਹੁਣ ਜਿਸ ਵੇਲੇ ਉਹ ਵੇਲ ਵੱਡੀ ਹੋਈ, ਜੜਾਂ ਵੱਡੀਆਂ ਹੋਈਆਂ ਉਹਦੀਆਂ, ਰੁੱਖ ਵੇਲ ਵੱਧਦੀ ਜਾਂਦੀ ਹੈ, ਫੁੱਲ ਲੱਗੇ ਆ, ਫਲ ਲੱਗੇ ਆ, ਕੌੜ ਤੁੰਮਾ ਵੱਡਾ ਹੋਇਆ। ਕਹਿੰਦੇ ਮਿੱਠਾ ਘੋਲ ਘੋਲ ਜੜ 'ਚ ਵੀ ਪਾਉਂਦੇ ਰਹੇ। ਪਰ ਜਿਸ ਵੇਲੇ ਕੌੜ ਤੁੰਮਾ ਕੱਟਿਆ ਨਾ, ਜ਼ਹਿਰ ਵਰਗਾ ਕੌੜਾ। ਭਾਵ ਕੀ ਹੈ? ਮਿਸ਼ਰੀ ਦੀ ਸੰਗਤ ਵੀ ਕੌੜ ਤੁੰਮੇ ਨੂੰ ਮਿੱਠਾ ਨਹੀਂ ਕਰ ਸਕਦੀ। ਆਖੋ ਸਤਨਾਮ। ਨਹੀਂ ਬਣਾ ਸਕਦੀ। ਸੁਭਾਅ ਨਹੀਂ ਉਹਨੇ ਆਪਣਾ ਛੱਡਿਆ, ਜ਼ਹਿਰੀਲਾ। ਕੌੜ ਤੁੰਮੇ ਦਾ ਸੁਭਾਅ ਹੀ ਕੱਟ ਕੇ ਕੋਲੇ ਰੱਖ ਦੋ, ਅੱਖਾਂ 'ਚ ਪਾਣੀ ਆਜੂ। ਅੱਗੇ ਜਿਹੜੇ ਸ਼ੂਗਰ ਦੇ ਪੇਸ਼ੈਂਟ ਹੁੰਦੇ ਸੀ, ਉਦੋਂ ਤੇ ਇੰਨੀਆਂ ਦਵਾਈਆਂ ਨਹੀਂ ਸੀ ਹੁੰਦੀਆਂ। ਲੋਕਾਂ ਨੇ ਕੱਟ ਕੇ ਇੱਕ ਬਰਤਨ 'ਚ ਪਾ ਕੇ ਪੈਰ ਰੱਖ ਕੇ ਬੈਠ ਜਾਣਾ, ਅੱਖਾਂ ਤੱਕ ਕੁੜੱਤਣ, ਮੂੰਹ ਤੱਕ ਸਵਾਦ ਕੁੜੱਤਣ ਦਾ ਆਉਣਾ। ਭਾਵ ਵੀ ਇੰਨਾ ਕੌੜਾ ਹੈ। ਮਿਸ਼ਰੀ ਦੀ ਕੰਧ ਉੱਤੇ ਚੜੀ ਹੋਈ ਵੇਲ ਦਾ ਫਲ ਵੀ ਕੌੜਾ। ਕਵੀ ਜੀ ਕਹਿੰਦੇ ਜਿਹੜੀ ਚੀਜ਼ ਹੈ ਹੀ ਕੌੜੀ ਹੈ, ਮਿੱਠੀ ਹੋਵੇਗੀ ਕਿਵੇਂ? ਦੋਹਰਾ ਸ਼੍ਰੀ ਨਾਨਕ ਸਭ ਬਿਦ ਵੱਡੇ, ਕੈਸੇ ਕਰੋ ਉਚਾਰ। ਇਸ ਚੀਜ਼ ਦਾ ਪ੍ਰਮਾਣ ਭਗਤਾਂ ਨੇ ਵੀ ਦਿੱਤਾ। ਬੀਜੇ ਦਾਖ ਬਿਜ਼ੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਹਿੰਦੇ ਸੋਚਦਾ ਹੈ ਕਿੱਕਰਾਂ ਦੇ ਬੀਜ ਬੀਜ ਕੇ ਸ਼ਾਇਦ ਬਜ਼ੌਰ ਦੇਸ਼ ਦੀਆਂ ਦਾਖਾਂ ਲੱਗ ਜਾਣਗੀਆਂ, ਮਿੱਠੇ ਫਲ ਆ ਜਾਣਗੇ। ਉਹ ਕਿੱਕਰਾਂ ਨੇ ਬੀਜੇ ਕੰਡਿਆਂ ਨੇ ਤੈਨੂੰ ਦੁੱਖ ਹੀ ਦੇਣਾ ਏ। ਬੇਸ਼ੱਕ ਕਿੱਕਰ ਦਾ ਬੀਜ ਬੜਾ ਛੋਟਾ ਏ, ਪਰ ਉਹਦੇ ਕੰਡੇ ਬੜੇ ਨੁਕੀਲੇ ਆ। ਜਿਹਨੇ ਅੰਗੂਰ ਬੀਜੇ ਉਹਨੇ ਦਾਖਾਂ ਪ੍ਰਾਪਤ ਕੀਤੀਆਂ, ਉਹਨੇ ਮਨੱਕੇ ਪ੍ਰਾਪਤ ਕੀਤੇ। ਪਰ ਕਿੱਕਰਾਂ ਬੀਜਣ ਵਾਲੇ ਨੇ ਆਪਣੇ ਪੈਰਾਂ ਨੂੰ ਛਲਣੀ ਕੀਤਾ, ਖੂਨੋਂ ਖੂਨ ਕੀਤਾ। ਕਹਿੰਦੇ ਜਿਵੇਂ ਕਿੱਕਰ ਆਪਣਾ ਸੁਭਾਅ ਨਹੀਂ ਛੱਡ ਸਕਦੀ, ਕੌੜ ਤੁੰਬਾ ਕਦੇ ਮਿੱਠਾ ਨਹੀਂ ਹੋ ਸਕਦਾ, ਸਾਕਤ ਬੰਦਾ ਰੱਬ ਦੀ ਸਿਫਤ ਕਰਕੇ ਕਦੇ ਬਦਲ ਨਹੀਂ ਸਕਦਾ। ਆਖੋ ਸਤਨਾਮ। ਨਹੀਂ ਬਦਲਿਆ ਜਾਂਦਾ। ਬਾਬਾ ਪ੍ਰਿਥੀ ਚੰਦ, ਮੋਹਨ ਜੀ ਮੋਰੀ ਜੀ, ਦਾਤੂ ਜੀ ਦਾਸੂ ਜੀ, ਰਾਮ ਰਾਏ ਬਦਲੇ? ਦੱਸੋ ਜੀ, ਜੇ ਕੋਈ ਕਹਿੰਦਾ ਬਦਲ ਗਏ ਹੋਣਗੇ। ਸਾਰਾ ਜੀਵਨ ਲੰਘ ਗਿਆ ਪ੍ਰਿਥੀ ਚੰਦ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵਿਰੁੱਧ ਚੱਲਦਾ ਰਿਹਾ। ਬਾਬਾ ਸ੍ਰੀ ਚੰਦ ਜੀ ਨੂੰ ਮਹਾਰਾਜ ਨੇ ਉਹ ਖੇਡ ਰਚਾਈ ਸੀ, ਉਹ ਉਸੇ ਪਾਸੇ ਚੱਲਦੇ ਰਹੇ। ਸਾਰੀ ਜ਼ਿੰਦਗੀ ਆਪਣੇ ਪਿਤਾ ਦਾ ਸਤਿਕਾਰ ਉਹਨਾਂ ਨਹੀਂ ਕੀਤਾ, ਸਨਮਾਨ ਨਹੀਂ ਕੀਤਾ, ਮੰਨਿਆ ਹੀ ਨਹੀਂ ਅੰਦਰੋਂ ਵੀ ਸਾਡਾ ਪਿਤਾ ਵਿਸ਼ੇਸ਼ ਹੈ। ਗੁਰੂ ਅੰਗਦ ਦੇ ਪਾਤਸ਼ਾਹ ਜਾਣਦੇ ਸੀ ਤੇ ਗੁਰਗੱਦੀ ਦੇ ਮਾਲਕ ਬਣ ਬੈਠੇ। ਕਵੀ ਜੀ ਦੱਸ ਰਹੇ ਆ, ਕਹਿੰਦੇ ਸਿੱਖੋ, ਗੁਰੂ ਨਾਨਕ ਸਾਹਿਬ ਦੀ ਇੰਨੀ ਵੱਡੀ ਵਡਿਆਈ ਹੈ ਜੋ ਲਿਖੀ ਨਹੀਂ ਜਾ ਸਕਦੀ, ਕਥੀ ਨਹੀਂ ਜਾ ਸਕਦੀ। ਹੁਣ ਇੱਕ ਮਿੱਠੇ ਦੀ ਵਡਿਆਈ ਨੂੰ ਜੇ ਕੌੜ ਤੁੰਮਾ ਆ ਕੇ ਵੀ ਸਾਡੇ ਹੁੰਦਿਆਂ ਮਿੱਠਾ ਮਿੱਠਾ ਨਹੀਂ ਹੈ, ਹੋ ਸਕਦਾ ਹੈ? ਮਿੱਠਾ ਵੀ ਧਰਤੀ 'ਚੋਂ ਪੈਦਾ ਹੋਇਆ। ਗੰਨਾ ਕਿੱਥੋਂ ਹੋਇਆ? ਧਰਤੀ 'ਚੋਂ ਪੈਦਾ। ਕਰੇਲਾ ਕਿੱਥੋਂ ਉਪਜਿਆ? ਨਿੰਮ ਕਿੱਥੋਂ ਪੈਦਾ ਹੋਈ? ਅੱਕ ਧਤੂਰਾ ਨਿੰਮ ਫਲ ਕਿੱਥੇ ਪੈਦਾ ਹੋਏ? ਮਿੱਟੀ ਵਿੱਚ। ਇਸੇ ਮਿੱਟੀ ਵਿੱਚ ਮਿਰਚਾਂ ਉਗਦੀਆਂ ਨੇ, ਇੱਥੇ ਮਿੱਠਾ ਹੈ। ਹਰ ਚੀਜ਼ ਇਸੇ ਧਰਤੀ 'ਚੋਂ ਹੈ, ਪਰ ਸੁਭਾਅ ਨਹੀਂ ਕਦੇ ਬਦਲਿਆ, ਨਹੀਂ ਬਦਲਦਾ। ਜਦ ਤੱਕ ਸਤਿਗੁਰ ਦੀ ਕਿਤੇ ਕਿਰਪਾ ਨਾ ਹੋਵੇ, ਵੱਡੇ ਵੱਡੇ ਪਾਪੀਆਂ ਨੂੰ ਗੁਰੂ ਨੇ ਬਦਲਿਆ ਤੇ ਅਸੀਂ ਕਦੇ ਕਿਸੇ ਨੂੰ ਬਦਲ ਨਹੀਂ ਸਕਦੇ। ਬਦਲਿਆ ਉਹ ਜਾ ਸਕਦਾ ਜੋ ਖੁਦ ਨੂੰ ਬਦਲਣਾ ਚਾਹੁੰਦਾ ਹੋਵੇ। ਕਵੀ ਜੀ ਕਹਿੰਦੇ ਹੁਣ ਜਿਹੜੇ ਨਿੰਮ ਨੇ, ਧਤੂਰੇ ਨੇ, ਤੇ ਜਾਂ ਕੌੜ ਤੁੰਬਾ ਹੈ,
ਮਿਸ਼ਰੀ ਦੀਆਂ ਕੰਧਾਂ ਵੀ ਉਹਨਾਂ ਨੂੰ ਮਿੱਠੀਆਂ ਬਣਾ ਨਹੀਂ ਸਕਦੀਆਂ। ਏਕ ਰੋਮ ਬ੍ਰਹਮੰਡ ਬੋ ਤੇ ਲੀਨੋ ਅਵਤਾਰ। ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੇ ਵੱਡੇ ਆ, ਕਹਿੰਦੇ ਤੇ ਮੈਂ ਦੱਸ ਨਹੀਂ ਸਕਦਾ। ਬਾਣੀ ਕਹਿੰਦੀ ਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਵੀ ਕਹਿੰਦੇ ਮੈਂ ਇੰਨਾ ਕਹਿ ਸਕਦਾ, ਗੁਰੂ ਨਾਨਕ ਸਾਹਿਬ ਜੀ ਦੇ ਸਿਰ ਦੇ ਇੱਕ ਕੇਸ ਦੇ ਵਿੱਚ ਕਰੋੜਾਂ ਬ੍ਰਹਿਮੰਡ ਨੇ। ਆਖੋ ਸਤਨਾਮ। ਇੱਕ ਬ੍ਰਹਿਮੰਡ ਵਿੱਚ ਕਿੰਨੇ ਸੂਰਜ, ਕਿੰਨੀਆਂ ਧਰਤੀਆਂ, ਕੀ ਕੁਛ ਹੈ। ਗੁਰੂ ਨਾਨਕ ਸਾਹਿਬ ਜੀ ਦੇ ਇੱਕ ਰੋਮ ਵਿੱਚ, ਇੱਕ ਕੇਸ ਵਿੱਚ ਕਿੰਨੇ ਬ੍ਰਹਿਮੰਡ ਹਨ। ਚੋਪਈ ਸਿਧਨਾਥ ਜੇ ਜਤੀ ਕਹਾਵੇਂ ਅਮਰ ਭਏ ਮ੍ਰਿਤ ਤੇ ਨਾ ਡਰਾਵੇਂ। ਜਿੰਨੇ ਸਿੱਧ ਹੋਏ, ਨਾਥ ਹੋਏ, ਜੋਗੀ, ਜਤੀ, ਜੰਗਮ, ਬ੍ਰਹਮਚਾਰੀ, ਕਹਿੰਦੇ ਬੇਸ਼ੱਕ ਕਿਸੇ ਨੇ ਮੌਤ ਨੂੰ ਵੀ ਕਾਬੂ 'ਚ ਕਰ ਲਿਆ ਹੋਵੇ, ਕੀਤੀ ਨਹੀਂ ਕਿਸੇ ਨੇ। ਮੰਨ ਲਓ ਕਿਸੇ ਨੇ ਮੌਤ ਤੇ ਜਿੱਤ ਪਾ ਲਈ, ਜਿੱਤ ਪ੍ਰਾਪਤ ਕਰ ਲਈ। ਮਤਲਬ ਇੰਨਾ ਜਿੱਤ ਤੋਂ ਕੀ ਹੈ, ਮਰਨ ਦਾ ਸਮਾਂ ਨਿਯਤ ਕਰ ਲਿਆ ਵੀ ਫਲਾਣੇ ਸਮੇਂ ਮੈਂ ਮਰਨਾ ਹੈ, ਮੈਂ ਪ੍ਰਾਣ ਛੱਡਣੇ, ਤੁਸੀਂ ਵੇਖ ਸਕਦੇ ਹੋ। ਮੌਤ ਦੱਸਤੀ ਆਪਣੀ। ਕਹਿੰਦੇ ਐਸੇ ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੈਰ ਦੇ ਅੰਗੂਠੇ ਦੇ ਨਹੁੰ ਬਾਰੇ ਵੀ ਨਹੀਂ ਜਾਣ ਸਕਦੇ। ਤੇ ਆ ਹੰਦਾਲੀਏ ਤੇ ਕਬੀਰ ਪੰਥੀਏ ਕਿਹੜੇ ਬਾਗ ਦੀ ਮੂੜੀ। ਆਖੋ ਸਤਨਾਮ। ਐਡੀ ਸ਼ਰਧਾ ਸੀ ਕਵੀ ਸੰਤੋਖ ਸਿੰਘ ਜੀ। ਐਵੇਂ ਇਤਿਹਾਸ ਨਹੀਂ ਲਿਖਿਆ। ਇੱਥੇ ਤੇ ਮੇਰੇ ਵਰਗਾ 2-4 ਜੇ ਕਿਤੇ ਲਾਈਨਾਂ ਲਿਖਣੀਆਂ ਆ ਗਈਆਂ ਨਾ, ਉਹ ਕਹਿੰਦਾ ਲੈ ਧਰਮ ਕੀ ਚੀਜ਼ ਹੈ, ਸਾਡੇ ਮੁਤਾਬਕ ਹੀ ਚੱਲਦਾ। ਸਾਨੂੰ ਬਹੁਤ ਗਿਆਨ ਹੈ, ਪਰ ਸ਼ਰਧਾ ਵੇਖੋ ਕਿੱਡੀ ਹੈ। ਜਿਵੇਂ ਕੌੜ ਤੁੰਬਾ ਕਦੇ ਮਿਸ਼ਰੀ ਨਾਲ ਮਿੱਠਾ ਨਹੀਂ ਹੁੰਦਾ। ਕਹਿੰਦੇ ਸਾਕਤ ਤੇ ਮਨਮੁਖ ਲੋਕ ਗੁਰਮੁਖਾਂ ਦੀ ਸੰਗਤ ਕਰਕੇ, ਸਤ ਸੰਗ ਕਰਕੇ ਵੀ ਕਦੇ ਬਦਲਦੇ ਨਹੀਂ। ਆਖੋ ਸਤਨਾਮ। ਕਿਵੇਂ ਬਦਲੋਗੇ ਤੁਸੀਂ? ਭੂਮੀਆਂ ਚੋਰ ਗੁਰੂ ਨਾਨਕ ਸਾਹਿਬ ਨੇ ਬਦਲਿਆ ਤੇ ਉਹ ਬਦਲਣਾ ਚਾਹੁੰਦਾ ਸੀ। ਬਦਲਿਆ ਗਿਆ। ਮੈਂ ਆਖਾਂ ਜੀ ਮੈਂ ਨਹੀਂ ਸੁਧਰਦਾ, ਕੀ ਕਰੋਗੇ ਤੁਸੀਂ? ਇੱਕ ਬੰਦਾ ਆਖੇ ਮੈਂ ਝੂਠ ਬੋਲਣਾ ਛੱਡ ਨਹੀਂ ਸਕਦਾ, ਮੈਂ ਮਾੜੇ ਕਰਮ ਛੱਡ ਨਹੀਂ ਸਕਦਾ, ਛੁਡਾ ਸਕਦਾ ਕੋਈ ਉਹਨੂੰ? ਕੋਈ ਨਹੀਂ। ਹਾਂ ਬੰਦਾ ਆਖੇ ਕਿਤੇ ਨਾ ਕਿਤੇ ਇਹ ਕੰਮ ਮੈਥੋਂ ਹੋ ਰਹੇ ਆ, ਪਰ ਮੈਂ ਬਦਲਣਾ ਚਾਹੁੰਦਾ, ਖੁਦ ਨੂੰ ਸੁਧਰਨਾ ਚਾਹੁੰਦਾ, ਤੇ ਸੱਚੀ ਉਹ ਕਿਸੇ ਨਾ ਕਿਸੇ ਦੀ ਸੰਗਤ ਵਿੱਚ ਬੈਠ ਕੇ ਬਦਲ ਜਾਂਦਾ ਹੈ। ਤੇ ਜੇ ਨਿਰੰਕਾਰ ਚਾਹੇ, ਗੁਰੂ ਪਰਮਾਤਮਾ ਚਾਹੇ, ਪਾਪੀ ਤੋਂ ਭਗਤੀ ਕਰਾ ਸਕਦਾ ਹੈ। ਪਰ ਕਵੀ ਜੀ ਕਹਿੰਦੇ ਹੰਦਾਲੀਆਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ, ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਕੱਟ ਕੇ ਆਪਣੇ ਵੱਡੇ ਦੀ ਲਿਖਦੀ। ਪਰ ਕਹਿੰਦੇ ਗੁਰਸਿੱਖਾਂ ਨੂੰ ਫਰਕ ਨਹੀਂ ਪਿਆ। ਉਹ ਗੁਰੂ ਸਾਹਿਬ ਦੀ ਮਹਿਮਾ ਜਾਣਦੇ ਆ ਵੀ ਲੱਖਾਂ ਸਿੱਧ, ਜਤੀ, ਜੋਗੀ ਸਤਿਗੁਰਾਂ ਨੂੰ ਪ੍ਰਣਾਮ ਕਰਦੇ ਨੇ। ਔਰ ਅਚਾਰਜ ਭੋਮਤ ਕੀ ਅਨਕ ਕਲਪਨਾ ਥਾਪਹਿ ਜੀ। ਖੱਪ ਕੇ ਮਰ ਗਏ ਸਾਰੇ, ਕਲਪਦੇ ਰਹੇ, ਸਭ ਆਪਣੇ ਆਪ ਨੂੰ ਵੱਡਾ ਕਹਾਉਂਦੇ ਰਹੇ, ਪਰ ਕੋਈ ਵੱਡਾ ਬਣਿਆ ਹੀ ਨਹੀਂ। ਨਾਰਾਇਣ ਸ਼ਬਦ ਕਿਸੇ ਨਾਲ ਨਹੀਂ ਲੱਗਿਆ। ਬੜੇ ਆਏ ਇੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਵਾਲੇ ਸ਼ੇਖ ਅਹਿਮਦ ਸਰਹੱਦੀ ਵਰਗੇ ਆਪਣੇ ਆਪ ਨੂੰ ਮੁਜੱਦਦ ਅਲ ਫਸਾਨੀ ਕਹਿੰਦੇ ਸੀ। ਉਹ ਕੀ ਹੈ ਵੀ ਇਸਲਾਮ 'ਚ 101 ਸਾਲਾਂ ਬਾਅਦ ਕੋਈ ਐਸਾ ਪੈਗੰਬਰ ਜੰਮਦਾ ਹੈ ਜੋ ਆਪ ਪੈਗਾਮ ਲੈ ਕੇ ਰੱਬ ਦਾ ਆਉਂਦਾ। ਅੱਲਾ ਹੈ। ਔਰੰਗਜ਼ੇਬ ਵੀ ਬਣਨਾ ਚਾਹੁੰਦਾ ਸੀ, ਬਣਿਆ ਕੋਈ ਨਹੀਂ। ਦੁਨੀਆ ਤੇ ਵੱਡੇ ਵੱਡੇ ਪੀਰ, ਪੈਗੰਬਰ, ਔਲੀਏ, ਅਵਤਾਰ ਆਉਂਦੇ ਰਹੇ, ਪਰ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੇ ਕਿਸੇ ਗੈਰ ਦੇਸ਼ ਦੇ ਬੰਦੇ ਕੋਲ ਵੀ ਫੋਟੋ ਵਿਖਾਈਏ ਨਾ, ਉਹਨੇ ਵੀ ਸੁਭਾਵਿਕ ਕਹਿਣਾ ਇਹ ਗੁਰੂ ਨਾਨਕ ਸਾਹਿਬ ਨੇ। ਆਖੋ ਸਤਨਾਮ। ਗੁਰੂ ਸ਼ਬਦ ਦਰਗਾਹ ਤੋਂ ਆਇਆ ਹੋਇਆ। ਕਿਸੇ ਅਣਜਾਣ ਬੰਦੇ ਨੂੰ ਤਸਵੀਰ ਵਿਖਾ ਦਿਓ ਤੇ ਉਹਨੇ ਪਹਿਲਾਂ ਗੁਰੂ ਕਹਿਣਾ ਹੈ। ਸਤਿਕਾਰਯੋਗ ਨੇ। ਕ੍ਰਿਸ਼ਨ ਜੀ ਦੀ ਫੋਟੋ ਵੇਖ ਕੇ ਕੋਈ ਕਹਿੰਦਾ ਵੀ ਇਹ ਗੁਰੂ ਕ੍ਰਿਸ਼ਨ ਜੀ ਨੇ। ਰਾਮਚੰਦਰ ਦੀ ਤਸਵੀਰ ਵੇਖ ਕੇ ਕਹਿੰਦਾ ਗੁਰੂ ਰਾਮਚੰਦਰ ਜੀ ਨੇ, ਨਹੀਂ, ਉਹ ਕਹਿੰਦੇ ਸ਼੍ਰੀ ਰਾਮ ਜੀ ਨੇ। ਮੁਹੰਮਦ ਸਾਹਿਬ ਦੀ ਤਸਵੀਰ ਵੇਖ ਕੋਈ ਨਹੀਂ ਕਹਿੰਦਾ ਗੁਰੂ ਮੁਹੰਮਦ ਸਾਹਿਬ ਨੇ, ਪਰ ਗੁਰੂ ਨਾਨਕ ਸਾਹਿਬ ਦੀ ਤਸਵੀਰ ਵੇਖ ਇੱਕ 5 ਸਾਲ ਦਾ ਬੱਚਾ ਵੀ ਕਹਿੰਦਾ ਇਹ ਗੁਰੂ ਨਾਨਕ ਸਾਹਿਬ ਨੇ। ਇਹ ਰੁਤਬਾ ਦਰਗਾਹ ਦਾ ਹੈ। ਵੱਡੇ ਵੱਡੇ ਆਏ, ਪਰ ਸਤਿਗੁਰ ਕੌਣ ਸੀ? ਪੀਰਾਂ ਦੇ ਪੀਰ, ਫਕੀਰਾਂ ਦੇ ਫਕੀਰ, ਸਾਧੂਆਂ ਦੇ ਸਾਧੂ, ਗਰੀਬਾਂ ਦੇ ਗਰੀਬ, ਅਮੀਰਾਂ ਦੇ ਅਮੀਰ। ਇਹ ਰੁਤਬੇ ਸੀ ਪਾਤਸ਼ਾਹਾਂ ਦੇ। ਕਹਿੰਦੇ ਉਹਨਾਂ ਵਰਗਾ ਨਹੀਂ ਕੋਈ ਹੋ ਸਕਦਾ। ਸਭ ਨੇ ਝੁਕ ਕੇ ਆਖਿਆ ਤੇ ਫਿਰ ਬਾਣੀ ਨੂੰ ਵੀ ਕਹਿਣਾ ਪਿਆ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਬਰੇ। ਰੱਬ ਆਪ ਪ੍ਰਗਟ ਹੋਏ ਆ।
ਭਾਈ ਸੰਤੋਖ ਸਿੰਘ ਆਖਦੇ, ਕਹਿੰਦੇ ਮੈਂ ਰੱਬ ਦੀ ਸਿਫਤ ਲਿਖਦਾ, ਮੈਨੂੰ ਬੰਦਿਆਂ ਪੀਰਾਂ ਫਕੀਰਾਂ ਪੈਗੰਬਰਾਂ ਦੀ ਕਦੇ ਕੋਈ ਪਰਵਾਹ ਨਹੀਂ। ਇਨਕੋ ਮਾਨ ਤਿਮਰ ਘਨ ਸਾਂਝੋ, ਅਦਿਕ ਡੰਬਲ ਜੋ ਸੋ ਉੱਡ ਗਨ ਰਾਜੋ। ਹੁਣ ਗੁਰੂ ਸਾਹਿਬ ਦਾ ਆਉਣਾ ਕਿਉਂ ਸੀ? ਕਰਮ ਧਰਮ ਪਖੰਡ ਜੋ ਦਿਸੈ। ਉਹਨਾਂ ਸਮਿਆਂ 'ਚ ਬਹੁਤ ਪਖੰਡ ਸੀ ਜਦੋਂ ਗੁਰੂ ਸਾਹਿਬ ਨੇ ਅਵਤਾਰ ਧਾਰਨ ਕੀਤਾ। ਅੱਜ ਤੇ ਕੁਝ ਵੀ ਹੈ ਨਹੀਂ, 5% ਹੈ। ਉਦੋਂ ਕਿੱਦਾਂ ਦੀਆਂ ਪ੍ਰਥਾ ਚੱਲਦੀਆਂ ਸੀ, ਪਤੀ ਮਰ ਜਾਂਦਾ ਸੀ, ਪਤਨੀ ਨੂੰ ਜਿਉਂਦਿਆਂ ਚਿਤਾ 'ਚ ਸਾੜ ਦਿੰਦੇ ਸੀ, ਕਹਿੰਦੇ ਸਤੀ ਹੋ ਗਈ। ਕੀ ਪਾਪ ਨਹੀਂ ਸੀ ਹੁੰਦੇ ਉਦੋਂ। ਧਰਮ ਦੀ ਆੜ ਵਿੱਚ ਕਿਹੜੇ ਕਿਹੜੇ ਕਰਮ ਕਾਂਡ ਪਖੰਡ ਨਹੀਂ ਸੀ ਹੁੰਦੇ। ਔਰਤਾਂ ਨੂੰ ਛੂਤ ਕਿਹਾ ਜਾਂਦਾ ਸੀ, ਪੈਰ ਦੀ ਜੁੱਤੀ ਮੰਨਿਆ ਜਾਂਦਾ ਸੀ, ਦੁਰਕਾਰਿਆ ਜਾਂਦਾ ਸੀ, ਨਾ ਮੰਦਰ ਜਾ ਸਕਦੀ ਨਾ ਮਸਜਿਦ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਦੋਂ ਅਵਤਾਰ ਲੈ ਕੇ ਨਾ ਇਸ ਦੁਨੀਆ ਦੇ ਕਰਮ ਧਰਮ ਪਖੰਡਾਂ ਤੇ ਚੋਟ ਮਾਰੀ। ਜਿਹੜੇ ਤਾਰਿਆਂ ਵਾਂਗ ਟਿਮਟਿਮਾਉਂਦੇ ਸੀ ਨਾ, ਧਰਮ ਜਿਹੜੀ ਗਲੀ ਵੜੋ ਧਰਮ, ਜਿਹੜੇ ਪਾਸੇ ਜਾਓ ਧਰਮ। ਕਹਿੰਦੇ ਗੁਰੂ ਸਾਹਿਬ ਨੇ ਫਿਰ ਛਿੱਟਾ ਦਿੱਤਾ। ਉਸ ਛਿੱਟੇ ਦਾ ਜ਼ਿਕਰ ਕਵੀ ਨੇ ਅੱਗੇ ਕਰਨਾ ਹੈ ਪ੍ਰਸੰਗਾਂ ਦੇ ਵਿੱਚ ਜੋ ਉਦਾਸੀਆਂ ਹੋਣਗੀਆਂ। ਕਹਿੰਦੇ ਮਹਾਰਾਜ ਦਾ ਆਉਣਾ ਇਸੇ ਕਰਕੇ ਹੋਇਆ, ਆਉਣਾ ਨਹੀਂ ਸੀ ਚਾਹੁੰਦੇ। ਧਰਤੀ ਨੇ ਪੁਕਾਰ ਕੀਤੀ ਹੈ, ਅੰਬਰ ਨੇ ਪੁਕਾਰ ਕੀਤੀ ਹੈ, ਫੇਰ ਗੁਰੂ ਨਾਨਕ ਸਾਹਿਬ ਮਹਾਰਾਜ ਪ੍ਰਿਥਵੀ ਨੂੰ ਤਾਰਨ ਆਏ ਨੇ। ਕਲਾ ਵਿਸਾਲਣ ਕੀ ਬਲ ਜੀਤੇ, ਤਾਰੇ ਬ੍ਰਿੰਦਨ ਚਮਕਣ ਤੀਤੇ। ਜਿੰਨੇ ਮਰਜੀ ਤਾਰੇ ਅਸਮਾਨ ਵਿੱਚ ਹੋਣ, ਪਰ ਜਦੋਂ ਚੰਦ ਚੜ ਜਾਂਦਾ ਨਾ ਮੱਧਮ ਪੈ ਜਾਂਦੇ ਆ। ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਕੋਈ ਧਰਮਾਂ ਦੀ ਕਮੀ ਸੀ ਜਾਂ ਹੁਣ ਕਮੀ ਹੈ? ਲੱਖਾਂ ਧਰਮ ਹੁਣ ਵੀ ਹੋਣ, ਪਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੜ੍ਹਦੇ ਸੂਰਜ ਰਹਿਣਗੇ। ਆਖੋ ਸਤਨਾਮ, ਸਦਾ ਹੀ ਰਹਿਣਗੇ। ਕੋਈ ਅੱਜ ਗੋਰਾ ਪੜ੍ਹਦਾ ਨਾ, ਮੁਸਲਮਾਨ ਪੜ੍ਹਦਾ, ਜਦੋਂ ਪੜ੍ਹਦਾ ਤੇ ਉਹ ਰੋ ਪੈਂਦਾ ਹੈ। ਕਹਿੰਦਾ ਐਸਾ ਗਿਆਨ ਸਾਂਝੀ ਵਾਲਤਾ ਦਾ ਕਿਸੇ ਧਰਮ ਵਿੱਚ ਨਹੀਂ, ਕਿਸੇ ਦੇਸ਼ ਵਿੱਚ ਨਹੀਂ, ਕਿਸੇ ਕੌਮ ਵਿੱਚ ਨਹੀਂ। ਪਰ ਸਿੱਖਾਂ ਦੇ ਤੇ ਮਾੜੇ ਕਰਮ ਨੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਸਮਝਿਆ ਹੀ ਕਦੇ ਨਹੀਂ, ਕਦੇ ਵੀ ਨਹੀਂ ਸਮਝਿਆ। ਮੈਂ ਕਹਿੰਦਾ ਅੱਜ ਜੋ WHO ਵਰਗੀਆਂ ਵੱਡੀਆਂ ਵੱਡੀਆਂ ਏਜੰਸੀਆਂ ਸਿੱਧ ਕਰਦੀਆਂ ਨੇ, ਸਾਡੇ ਸਤਿਗੁਰਾਂ ਪਹਿਲਾਂ ਕਿਹਾ ਹੋਇਆ ਹੈ। UNO ਦੇ ਵਿੱਚ 3 ਸ਼ਬਦ ਗੁਰਬਾਣੀ ਦੇ ਲਿਖੇ ਹੋਏ ਉਹਨਾਂ ਵੱਡੇ ਬੋਰਡ ਉੱਤੇ, ਤੇ ਸਾਨੂੰ ਤੇ ਮਾਣ ਹੋਣਾ ਚਾਹੀਦਾ। ਇਕੱਲਾ ਮਾਣ ਨਹੀਂ, ਖੁਸ਼ੀ ਹੋਣੀ ਚਾਹੀਦੀ। ਅਸੀਂ ਉਸ ਸਤਿਗੁਰ ਦੇ ਸਿੱਖ ਹਾਂ ਜਿਹਦਾ ਉਪਦੇਸ਼ ਯੂਨੀਵਰਸਲ ਟਰੁੱਥ ਹੈ, ਪੂਰੇ ਬ੍ਰਹਿਮੰਡ ਲਈ ਹੈ, ਪੂਰੇ ਵਿਸ਼ਵ ਲਈ ਹੈ, ਇਕੱਲੇ ਸਿੱਖਾਂ ਲਈ ਥੋੜੀ ਹੈ। ਮਰਦ ਕਹਿੰਦੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਦੱਸੋ ਕਿੱਥੇ ਲਿਖਿਆ ਵੀ ਇਹ ਸਿੱਖਾਂ ਲਈ ਸਾਂਝਾ ਏ? ਸਾਰਿਆਂ ਲਈ ਸਾਂਝਾ ਹੈ। ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਕਿਸੇ ਧਰਮ ਦਾ ਬੰਦਾ ਹੋਵੇ, ਕੋਈ ਔਰਤ ਹੋਵੇ, ਕੋਈ ਗਾਵੇ ਕੋ ਸੁਣੈ ਹਰ ਨਾਮਾ ਚਿਤ ਲਾਏ। ਕਹਿੰਦੇ ਇਸ ਬਾਣੀ ਨੂੰ ਕੋਈ ਗਾ ਸਕਦਾ, ਕੋਈ ਸੁਣ ਸਕਦਾ। ਇਹ ਗੁਰੂ ਨਾਨਕ ਸਾਹਿਬ ਜੀ ਦਾ ਵੱਡਾ ਵਡੱਪਣ ਹੈ। ਨਿਸਾ ਘੋਰ ਕਲ ਕੀਨ ਕੁਚਾਲੇ, ਤਸਕਰ ਡੰਬੇ ਫਿਰਤ ਸੁਖਾਲੇ। ਘੋਰ ਕਲਯੁਗ ਦੀ ਕਾਲੀ ਬੋਲੀ ਰਾਤ ਦੇ ਵਿੱਚ ਟਿਮਟਿਮਾਉਂਦੇ ਤਾਰੇ ਕਹਿੰਦੇ ਪਖੰਡ ਦੀਆਂ ਥਾਵਾਂ ਨੇ। ਕਾਲੀ ਰਾਤ ਵਿੱਚ ਤਾਰਿਆਂ ਦਾ ਹੀ ਰਾਜ ਹੁੰਦਾ ਨਾ। ਜਦੋਂ ਕਾਲੀ ਬੋਲੀ ਰਾਤ ਹੋਵੇ, ਮੱਸਿਆ ਦੀ ਰਾਤ ਹੋਵੇ, ਉਦੋਂ ਤੇ ਕਈ ਵਾਰ ਤਾਰੇ ਵੀ ਨਜ਼ਰ ਨਹੀਂ ਆਉਂਦੇ, ਪਰ ਰਾਤ ਵੇਲੇ ਤਾਰਿਆਂ ਦਾ ਪਹਿਰਾ ਹੈ, ਉਹ ਵੀ ਚੰਦ ਦੀ ਗੈਰ ਹਾਜ਼ਰੀ 'ਚ। ਤੇ ਜੇ ਚੰਦ ਦੀ ਵੀ ਗੱਲ ਕਰੀਏ ਨਾ, ਉਹ ਵੀ ਸੂਰਜ ਦੀ ਹਾਜ਼ਰੀ ਤੋਂ ਬਗੈਰ ਹੀ ਚੱਲਦਾ ਹੈ। ਜਿੱਦਣ ਸੂਰਜ ਹਾਜ਼ਰ ਹੋ ਜੇ ਨਾ, ਸਾਹਮਣੇ ਆ ਜੇ, ਫਿਰ ਨਜ਼ਰ ਚੰਦ ਵੀ ਨਹੀਂ ਆਉਂਦਾ। ਆਖੋ ਸਤਨਾਮ। ਕਹਿੰਦੇ ਆ ਤਾਰਿਆਂ ਵਰਗੇ ਕਰਮ ਕਾਂਡ ਪਖੰਡ ਸੀ। ਆ ਭਾਈ ਹਿੰਦਾਲ ਦੇ ਪਰਿਵਾਰ ਨੇ ਜੋ ਕੁਝ ਕੀਤਾ, ਤੁਸੀਂ ਸੱਚੀ ਦੱਸਿਓ ਜੀ, ਤੁਹਾਡੇ 'ਚੋਂ ਕਿੰਨੇ ਕੁ ਜਾਣਦੇ ਸੀ ਭਾਈ ਹਿੰਦਾਲ ਬਾਰੇ? ਬੇਸ਼ੱਕ ਗੁਰਸਿੱਖ ਨੇ ਪੂਰੇ ਜਾਣਦਾ ਸੀ। ਕੋਈ ਭਾਈ ਹਿੰਦਾਲ ਦੀ ਲਿਖੀ ਜਨਮ ਸਾਖੀ ਨੂੰ ਜਾਣਦਾ ਹੈ? ਕਬੀਰ ਪੰਥੀਆਂ ਦੀ ਜਨਮ ਸਾਖੀ ਨੂੰ ਜਾਣਦਾ ਹੈ? ਜਿਨ੍ਹਾਂ ਨੇ ਗੁਰੂ ਸਾਹਿਬ ਦੀ ਜਨਮ ਸਾਖੀ ਨੂੰ ਪਾੜ ਕੇ ਬਿਆਸਾ 'ਚ ਸੁੱਟਤਾ, ਵੀ ਲੈ ਕੰਮ ਨਿਬੜਿਆ ਇਹਨਾਂ ਦਾ। ਇਹੀ ਸੋਚਿਆ ਸੀ। ਕੱਲ੍ਹ ਦੀ ਕਥਾ 'ਚ ਸੁਣਿਆ ਆਪ ਜੀ ਨੇ। ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਤੁਸੀਂ ਅੱਜ ਵੀ ਸੁਣ ਰਹੇ ਹੋ। ਅੱਜ ਤੋਂ 100 ਸਾਲ ਪਹਿਲਾਂ ਵੀ ਸੰਗਤਾਂ ਸੁਣਦੀਆਂ ਸੀ, ਅੱਗੇ ਵੀ ਸੁਣਨਗੀਆਂ। ਤੇ ਕਬੀਰ ਪੰਥੀ ਤੇ ਹੰਦਾਲੀਆਂ ਨੂੰ ਦੱਸੋ ਕੌਣ ਕੌਣ ਜਾਣਦਾ? ਆਖੋ ਸਤਨਾਮ। ਸੂਰਜ ਨਾਲ ਮੱਥਾ ਲਾਇਆ, ਇੱਕ ਦੀਵੇ ਨੇ। ਉਹਨਾਂ ਲੋਕਾਂ ਨੇ ਕਸਰ ਕੋਈ ਨਹੀਂ ਛੱਡੀ, ਨਿੰਦਿਆ ਦੇ ਸ਼ਬਦ ਲਿਖ ਦਿੱਤੇ। ਦੋਹਰ ਮਤ ਜੇ ਅਨੇਕ ਚਕੋਰ ਗਨ, ਹਰਖਤ ਮਿਲਾ ਸਮਾਜ,
ਕਲ ਮਲਕ ਮਦ ਪਰ ਫੁੱਲਹੀ ਤਾਲ ਪਾਏ ਕਲ ਰਾਜ। ਹੁਣ ਜਿਵੇਂ ਚੰਦ ਚੜਿਆ ਤੋਂ ਰਾਤਾਂ ਨੂੰ ਖੁਸ਼ੀਆਂ ਹੁੰਦੀਆਂ ਨੇ, ਜਦੋਂ ਚੰਦਰਮਾ ਚੜ ਜੇ ਨਾ ਰਾਤ ਨੂੰ ਚਕੋਰ ਉੜਦੀ ਫਿਰਦੀ, ਉਹਦੀ ਖੁਸ਼ੀ ਹੈ, ਉਹਦੇ ਪਿਆਰ 'ਚ ਭਿੱਜੀ ਹੋਈ ਹੈ। ਕਹਿੰਦੇ ਗੁਰੂ ਕੇ ਸਿੱਖ ਚਕੋਰਾਂ ਵਰਗੇ ਨੇ, ਪਰ ਕਮਲ ਦੇ ਫੁੱਲ ਨੂੰ ਰਾਤ ਚੰਗੀ ਨਹੀਂ ਲੱਗਦੀ, ਚੱਕਵੇ ਨੂੰ ਰਾਤ ਚੰਗੀ ਨਹੀਂ ਲੱਗਦੀ। ਇੱਕ ਪੰਛੀ ਚਕੋਰ ਹੈ ਤੇ ਦੂਜਾ ਚੱਕਵਾ। ਚੱਕਵਾ ਕਹਿੰਦਾ ਰਾਤ ਚੜੀ ਕਿਉਂ ਹੈ, ਉਹ ਵਿਛੜ ਜਾਂਦੇ ਨੇ ਰਾਤ ਹੋਏ ਤਾਂ, ਜਦੋਂ ਰਾਤ ਹੋਵੇ ਨਾ ਚੱਕਵਾ ਵਿਛੜ ਜਾਂਦਾ ਹੈ। ਹੁਣ ਗੁਰੂ ਸਾਹਿਬ ਨੇ ਬਾਣੀ 'ਚ ਬੜੇ ਬਚਨ ਲਿਖੇ, ਜੇ ਆਪਾਂ ਉਸ ਪਾਸੇ ਜਾਈ ਵਿਸਥਾਰ ਹੋਏਗਾ। ਮਹਾਰਾਜ ਕਹਿੰਦੇ ਚੱਕਈ ਜੋ ਨਿਸ ਬਿਸਰੈ ਆਏ ਮਿਲੈ ਪ੍ਰਭਾਤ, ਜੋ ਨਰ ਵਿਛਰੇ RAM ਸਿਓ ਨਾ ਦਿਨ ਮਿਲੇ ਨਾ ਰਾਤ। ਕਹਿੰਦੇ ਚੱਕ ਵੀ ਸੂਰਜ ਤੋਂ ਵਿਛੜੀ ਹੈ, ਚੰਦਰਮਾ ਦੇ ਚੜਿਆਂ ਤੋਂ। ਉਹਨੂੰ ਇੱਕ ਆਸ ਤੇ ਹੈ ਵੀ ਚੰਦ ਛਿਪੂਗਾ, ਸੂਰਜ ਚੜੂ, ਮੈਂ ਮਿਲ ਤੇ ਲਊਂ ਆਪਣੇ ਸੱਜਣ ਨੂੰ, ਵੇਖ ਤੇ ਲਊਂ। ਕਹਿੰਦੇ ਜੋ ਨਰ ਵਿਛੜੇ RAM ਸਿਓ, ਜਿਹੜੇ ਬੰਦੇ ਰੱਬ ਤੋਂ ਟੁੱਟ ਗਏ, ਨਾਸਤਕ ਹੋ ਗਏ, ਸਾਗਤ ਹੋ ਗਏ, ਕਹਿੰਦੇ ਨਾ ਦਿਨ ਮਿਲੇ ਨਾ ਰਾਤ। ਨਾ ਦਿਨੇ ਰੱਬ ਮਿਲਣਾ ਤਾਂ ਨਾ ਮਿਲਣਾ ਰਾਤੀ। ਆਖੋ ਸਤਨਾਮ। ਉਹ ਨਾਸਤਕ ਨੇ, ਉਹ ਸਾਗਤ ਨੇ, ਉਹ ਪਾਪੀ ਨੇ। ਜੋ ਪਏ ਸ਼੍ਰੀ ਨਾਨਕ ਸੂਰਜ ਪ੍ਰਕਾਸ਼ੇ, ਪਾਛਲ ਗਿਨਤੀ ਸਕਲ ਬਿਨਾਸੇ। ਹੁਣ ਇੱਥੇ ਦੂਜਾ ਪ੍ਰਮਾਣ ਦੇ ਰਹੇ ਆ, ਕਹਿੰਦੇ ਚੱਕਵੇ ਦੀ ਤੇ ਚੱਕਵੀ ਦੀ ਪ੍ਰੀਤ ਹੈ ਸੂਰਜ ਦੇ ਨਾਲ। ਚੱਕਵੀ ਸੂਰਜ ਹੇਤ ਹੈ, ਮਿਲ ਚਾਹੋ ਸੁਖਾਲੇ। ਭਾਈ ਗੁਰਦਾਸ ਲਿਖਦੇ ਆ, ਜਿਵੇਂ ਚੰਦ ਦੀ ਚਕੋਰ ਨਾਲ ਪ੍ਰੀਤ ਹੈ, ਚਕੋਰ ਦੀ ਚੰਦ ਨਾਲ ਹੈ ਨਾ, ਚੱਕਵੇ ਦੀ ਸੂਰਜ ਨਾਲ ਹੈ। ਹੁਣ ਸੂਰਜ ਚੜਿਆਂ ਤੋਂ ਦਿਨ ਚੜ ਜਾਂਦਾ ਹੈ, ਹਨੇਰਾ ਖਤਮ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਕਹਿੰਦੇ ਜਦੋਂ ਸੂਰਜ ਚੜਿਆ ਨਾ, ਮਾੜੇ ਮੋਟੇ ਜਿਹੜੇ ਪਖੰਡੀ ਸੀ ਉਹਨਾਂ ਸਮਿਆਂ ਦੇ, ਕੋਈ ਨਗਾਹੇ ਵਾਲਾ ਪੀਰ, ਕੋਈ ਫਾਹੇ ਵਾਲਾ, ਕੋਈ ਕਿਹੜਾ ਆਉਂਦੇ ਸੀ ਗੁਰੂ ਸਾਹਿਬ ਨਾਲ ਮੱਥਾ ਲਾਉਣ ਵਾਸਤੇ। ਆ ਸਿੱਧ ਨੇ 84 ਜਿਨ੍ਹਾਂ ਦੀ ਪ੍ਰਥਾਏ ਮਹਾਰਾਜ ਨੇ ਲਿਖੀ ਹੈ ਸਿੱਧ ਗੋਸ਼ਟ। ਆਉਣ ਵਾਲੀ ਕਥਾ ਦੇ ਵਿੱਚ ਸਿੱਧਾਂ ਦੀ ਕਥਾ ਆਊਗੀ। ਉਦੋਂ ਸਿੱਧਾਂ ਦਾ ਧਰਮ ਚੱਲਦਾ ਸੀ, ਵੱਡੇ ਵੱਡੇ ਰਾਜੇ ਮਹਾਰਾਜੇ ਭਰਤਰੀ ਵਰਗੇ ਸਿੱਧ ਬਣ ਗਏ। ਤੇ ਜਦੋਂ ਵੀ ਸਿੱਧ ਕਿਸੇ ਦੇ ਘਰ ਜਾ ਕੇ ਅਲਖ ਜਗਾਉਂਦੇ ਸੀ, ਕੰਨਾਂ 'ਚ ਮੁੰਦਰਾਂ ਪਾ ਦਿੰਦੇ ਸੀ ਗੋਰਖ ਦੇ ਚੇਲੇ। ਐਡਾ ਵੱਡਾ ਧਰਮ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਹਿੰਦੇ ਉਪਮਾ ਦਾ ਸੂਰਜ ਚੜਿਆ, ਸਿੱਧਾਂ ਨੂੰ ਵੀ ਵਕਤ ਪੈ ਗਿਆ। ਭਏ ਸੰਤ ਅਰਬਿੰਦ ਸੁਖਾਰੇ, ਚੱਕਵੇ ਸਿੱਖਣ ਕੇ ਦੁੱਖ ਟਾਰੇ। ਸਿੱਖ ਰੂਪ ਚੱਕਵਿਆਂ ਦੇ ਅੰਦਰ ਸਕੂਨ ਮਿਲਿਆ ਸੂਰਜ ਚੜਿਆਂ ਤੋਂ ਗੁਰੂ ਨਾਨਕ ਸਾਹਿਬ ਦਾ। ਤੇ ਕਵਲ ਦੇ ਫੁੱਲ ਰੂਪ ਕਹਿੰਦੇ ਜਿਹੜੇ ਗੁਰੂ ਕੇ ਪਿਆਰੇ ਸੀ ਨਾ ਸਾਧੂ ਜਨ, ਉਹ ਖਿੜ ਗਏ, ਕਿਉਂਕਿ ਸੂਰਜ ਚੜਿਆਂ ਕਮਲ ਦਾ ਫੁੱਲ ਖਿੜ ਜਾਂਦਾ ਹੈ। ਪਰ ਚਕੋਰ ਨੂੰ ਔਖਾ ਹੋ ਗਿਆ, ਉੱਲੂ ਨੂੰ ਔਖਾ ਹੋ ਗਿਆ। ਹੁਣ ਉੱਲੂ ਭਟਕਦਾ ਫਿਰਦਾ, ਕਹਿੰਦਾ ਸੂਰਜ ਚੜਿਆ ਕਿਉਂ ਹੈ, ਇਹ ਚੜਨਾ ਨਹੀਂ ਸੀ ਚਾਹੀਦਾ। ਉਹ ਨੁਕਸਾਨ ਦੱਸਦਾ ਸੂਰਜ ਚੜੇ ਦੇ ਉੱਲੂ, ਉਹ ਰਾਤਾਂ ਨੂੰ ਬੈਠੇ ਜਾਗਦੇ ਆ। ਪਰ ਕਹਿੰਦੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ, ਜਦੋਂ ਰੱਬ ਦੇ ਨਾਮ ਦਾ ਸੂਰਜ ਚੜਿਆ, ਉਹਦੇ ਨਾਲ ਰੌਸ਼ਨ ਹੋ ਗਏ। ਆਤਪ ਭਗਤ ਬਿਰਾਜੀ ਜਹ ਤਾਹੇ, ਗਿਆਨ ਤੇਜ ਹੈ ਨਿਰਮਲ ਜੇ ਮਾਹੇ। ਹੁਣ ਸੂਰਜ ਦੀ ਰੌਸ਼ਨੀ ਹੈ ਤੇ ਕਹਿੰਦੇ ਉਹ ਰੱਬ ਦੀ ਭਗਤੀ ਹੈ। ਹੁਣ ਸੂਰਜ ਵਿੱਚ ਸੇਕ ਹੈ, ਤੇਜ ਹੈ, ਕਹਿੰਦੇ ਉਹ ਗੁਰੂ ਦਾ ਗਿਆਨ ਹੈ। ਜਦੋਂ ਸਿੱਖ ਕੋਲ ਗਿਆਨ ਤੇ ਭਗਤੀ ਰੱਬ ਰੂਪ ਸੂਰਜ ਦਾ ਆ ਗਿਆ ਨਾ, ਤੇ ਸਿੱਖ ਦਾ ਜੀਵਨ ਦਾ ਵਿਹੜਾ ਅੰਦਰੋਂ ਖਿੜ ਗਿਆ ਕਵਲ ਵਾਂਗੂ, ਤੇ ਵਿਹੜਾ ਮਹਿਕ ਗਿਆ, ਕਿਉਂਕਿ ਸੂਰਜ ਚੜਿਆ ਚਾਨਣ ਹੋ ਜਾਂਦਾ ਹੈ, ਫਿਰ ਕਿਤੇ ਵੀ ਹਨੇਰਾ ਦਿਸਦਾ ਨਹੀਂ। ਐਸੇ ਗੁਰ ਕੇ ਨਿੰਦਕ ਜੇਈ, ਸਮ ਅਲੂਕ ਦੁੱਖ ਪਾਵੇ ਤੇ। ਭਾਈ ਐਸੇ ਸਤਿਗੁਰੂ ਦੀ ਜਿਹੜੇ ਨਿੰਦਿਆ ਕਰਦੇ ਨੇ ਉਹ ਲੋਕ ਉੱਲੂਆਂ ਵਰਗੇ ਨੇ। ਹੁਣ ਉੱਲੂਆਂ ਦੇ ਕਿਹਾ ਤਾਂ ਸੂਰਜ ਛੋਟਾ ਨਹੀਂ ਹੋ ਜਾਣਾ, ਸੂਰਜ ਦੀ ਤਪਸ਼ ਨਹੀਂ ਘਟ ਜਾਣੀ, ਚਾਨਣ ਨਹੀਂ ਘਟ ਜਾਣਾ। ਕਹਿੰਦੇ ਭਾਈ ਹਿੰਦਾਲ ਦੀ ਕੁੱਲ ਵਾਲੇ ਤੇ ਕਬੀਰ ਪੰਥੀਏ ਤੇ ਹੋਰ ਦੂਜੇ ਤੀਜੇ ਇੱਧਰ ਉੱਧਰ ਵਾਲੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਬੜੀ ਨਿੰਦਿਆ ਕੀਤੀ ਤੇ ਲਿਖੀ ਵੀ ਕਿਤੇ ਇਹਨਾਂ ਦੀ ਮਹਿਮਾ ਨਾ ਹੋਵੇ, ਲੋਕੀ ਰੱਬ ਨਾ ਮੰਨਣ, ਕੋਈ ਫਰਕ ਪਿਆ ਨਾ। ਦਿਵ ਸਹੰਸਰ ਬਰਖ ਪਰਮਾਨਾ, ਭਾਵੇਂ ਨਰਕ ਮਹਾ ਦੁਖ ਖਾਨਾ। ਗੁਰੂ ਨਾਨਕ ਸਾਹਿਬ ਦੀ ਨਿੰਦਿਆ ਕਰਨ ਵਾਲੇ ਤੇ ਲਿਖਣ ਵਾਲੇ ਕਵੀ ਜੀ ਕਹਿੰਦੇ ਬੇਬਸ ਹੰਸਰ ਨਰਕ ਸਮਾਨਾ।
ਬਿਬ ਨਾਮ ਹੈ ਦੇਵਤਿਆਂ ਦਾ। ਕਹਿੰਦੇ ਦੇਵਤਿਆਂ ਦੇ ਹਜ਼ਾਰਾਂ ਸਾਲ ਉਹਨਾਂ ਲੋਕਾਂ ਨੂੰ ਨਰਕਾਂ ਵਿੱਚ ਰਹਿਣਾ ਪੈਂਦਾ ਹੈ ਜੋ ਰੱਬ ਪਿਆਰੇ ਨਾਨਕ ਜੀ ਦੀ ਨਿੰਦਿਆ ਕਰਦੇ ਨੇ। ਆਖੋ ਸਤਨਾਮ। ਬੜੇ ਲੋਕ ਨੇ ਅੱਜ, ਕੋਈ ਗਿਣਤੀ ਹੈ ਜੀ। ਬਾਹਰ ਦੀ ਗੱਲ ਛੱਡੋ, ਜਿਹਨੂੰ ਸਿੱਖ ਧਰਮ ਬਾਰੇ ਪਤਾ ਨਹੀਂ, ਉਹ ਕੋਈ ਗਲਤੀ ਕਰੇ ਕਿਤੇ ਨਾ ਕਿਤੇ ਮਾਫ ਕੀਤਾ ਜਾ ਸਕਦਾ ਹੈ, ਪਰ ਸਿੱਖ ਪੰਥ ਦੀਆਂ ਸਟੇਜਾਂ ਤੇ ਬਹਿ ਕੇ ਗੁਰੂ ਨਾਨਕ ਸਾਹਿਬ ਨੂੰ ਭੰਡਣਾ, ਭਾਈ ਬਾਲਾ ਜੀ ਦੀ ਭੰਡੀ ਕਰਨੀ, ਭਾਈ ਮਰਦਾਨਾ ਜੀ ਦਾ ਮਜ਼ਾਕ ਹੀ ਉਡਾਉਣਾ ਅੱਜ ਇਹ ਆਮ ਹੋ ਚੁੱਕਿਆ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਕਵੀ ਵਰਗਾ ਮਹਾਂਪੁਰਖ ਲਿਖਦਾ ਹੈ, ਕਹਿੰਦੇ ਭਾਈ ਉਹਨਾਂ ਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ ਜੋ ਗੁਰੂ ਦੀ ਨਿੰਦਿਆ ਕਰਦੇ ਨੇ। ਤ੍ਰਿਗਦ ਜੋਨ ਪੁਨ ਬਾਰੰਗਬਾਰਾ ਧਰ ਕਰ ਪਾਵਹਿ ਕਸ਼ਟ ਅਪਾਰਾ। ਜਿਉਂਦੇ ਜੀ ਕਸ਼ਟ ਪਾਉਂਦੇ ਨੇ, ਤ੍ਰਿਗਦ ਜੋਨ ਪਾਵੈ ਬਾਰੰਗਬਾਰਾ। ਕਹਿੰਦੇ ਬਾਰ-ਬਾਰ ਟੇਢੀਆਂ ਜੂਨਾਂ 'ਚ ਪੈਂਦੇ ਆ, ਜੰਮਦੇ ਆ, ਮਰਦੇ ਆ। ਕੋਈ ਕੁੱਤਾ ਬਣ ਗਿਆ, ਗਧਾ ਬਣ ਗਿਆ, ਬਿੱਲਾ ਬਣ ਗਿਆ। ਇਹ ਟੇਢੀਆਂ ਜੂਨਾਂ ਨੇ, ਪਸ਼ੂਆਂ ਦੀਆਂ ਜੂਨਾਂ। ਕਿਹਨਾਂ ਨੇ ਪਾਈਆਂ? ਜਿਨ੍ਹਾਂ ਨਿੰਦਿਆ ਕੀਤੀ ਗੁਰੂ ਦੀ, ਜਿਨ੍ਹਾਂ ਗੁਰੂ ਦੇ ਵਿਰੁੱਧ ਬੜਾ ਕੁਝ ਬੋਲਿਆ, ਤੇ ਜਿਨ੍ਹਾਂ ਨਿੰਦਿਆ ਸਤਿਗੁਰ ਦੇ ਘਰ ਦੀ ਕੀਤੀ, ਉਹਨਾਂ ਦੇ ਹਾਲ ਵੇਖੋ ਤੇ ਸਹੀ ਕੀ ਹੋਇਆ। ਜਿਨ੍ਹਾਂ ਗੁਰੂ ਘਰ ਉੱਤੇ ਹਮਲਾ ਕੀਤਾ ਜਾਂ ਗੁਰੂ ਘਰ ਦੇ ਵਿਰੁੱਧ ਬੋਲ ਕੇ ਕੂੜ ਪ੍ਰਚਾਰ ਕੀਤਾ, ਉਹ ਭਾਵੇਂ ਤੇ ਤੇਜਾ ਸਿੰਘ ਪਸੌੜੀਏ ਵਰਗੇ ਪਾਪੀ ਹੋਏ, ਕਿੱਥੇ ਨੇ? ਨਰਕਧਾਰੀ ਗੁਰਬਚਨਾ ਕਿੱਥੇ ਹੈ? ਗੁਰੂ ਘਰ ਦੀ ਨਿੰਦਿਆ ਕਰਨ ਵਾਲਾ ਇਹ ਤੇ ਇਤਿਹਾਸ ਬੋਲਦਾ, ਮੈਂ ਨਹੀਂ ਕਹਿੰਦਾ। ਜਿਨ੍ਹਾਂ ਨਿੰਦਿਆ ਕੀਤੀ ਨਰਕਾਂ ਦੇ ਭਾਗੀਦਾਰ ਹੋਏ ਨੇ। ਦੋਹਰਾ ਸ਼੍ਰੀ ਨਾਨਕ ਉਪਮਾ ਵੱਡੀ ਮੋਤੇ ਕਹੀ ਨ ਜਾਏ। ਮਹਾਕਵੀ ਭਾਈ ਸੰਤੋਖ ਸਿੰਘ ਨੇ ਕਲਮ ਰੱਖ ਦਿੱਤੀ, ਮਨ ਭਰਿਆ ਨੇਤਰ ਭਰੇ, ਆਖਣ ਲੱਗੇ ਗੁਰੂ ਨਾਨਕ ਸਾਹਿਬ ਦੀ ਉਪਮਾ ਇੰਨੀ ਵੱਡੀ ਕਹਿੰਦੇ ਮੇਰੇ ਵਰਗੇ ਗਰੀਬ ਤੋਂ ਲਿਖੀ ਨਹੀਂ ਜਾ ਸਕਦੀ। ਆਖੋ ਸਤਨਾਮ। ਤੇਰੇ ਕਵਨ ਗੁਣ ਕਹਿ ਗਾਵਾ ਤੂੰ ਸਾਹਿਬ, ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ। ਵਰਣਨ ਨਹੀਂ ਕੀਤੀ ਜਾ ਸਕਦੀ। ਕਲਮ ਕਿਉਂ ਰੱਖੀ ਉਹਨਾਂ ਨੇ? ਕਹਿੰਦੇ ਰੱਬਾ ਮੇਰਿਆ ਤੇਰੇ ਕਿਹੜੇ ਗੁਣਾਂ ਨੂੰ ਗਾਵਾਂ। ਜਿਉ ਕੀਟੀ ਗਿਰਨ ਹੈ ਉਠੇ ਕਰਤ ਅਨੇਕੋ ਪਾਏ। ਜਿਸ ਕਥਾ ਨੂੰ ਆਪ ਜੀ ਸੁਣ ਰਹੇ ਹੋ, ਇਹਦੇ ਪ੍ਰਥਾਏ ਕਵੀ ਸੰਤੋਖ ਸਿੰਘ ਆਖ ਰਹੇ ਆ, ਕਹਿੰਦੇ ਮੈਂ ਇੱਕ ਕੀੜੀ ਆ ਤੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਇੱਕ ਪਹਾੜ ਹੈ। ਕੀੜੀ ਕਦੇ ਵੀ ਲੱਖਾਂ ਕੀੜੀਆਂ ਇਕੱਠੀਆਂ ਹੋ ਜਾਣ ਪਹਾੜ ਨਹੀਂ ਚੁੱਕ ਸਕਦੀਆਂ। ਕਹਿੰਦੇ ਮੈਂ ਕਵੀ ਹੋ ਕੇ ਕਲਮ ਚੁੱਕ ਕੇ ਗੁਰੂ ਨਾਨਕ ਸਾਹਿਬ ਬਾਰੇ ਮੈਂ ਕੀ ਲਿਖ ਦਿਆਂ। ਆਖੋ ਸਤਨਾਮ। ਲਿਖੀ ਨਹੀਂ ਜਾ ਸਕਦੀ। ਜਿਹਦੀ ਸਿਫਤ ਨਹੀਂ ਲਿਖੀ ਜਾ ਸਕਦੀ, ਉਹਨੂੰ ਮਿਲਿਆ ਕਿੰਨਾ ਔਖਾ ਜਾਣਾ। ਮਿਲਵੇ ਕੀ ਮਹਿਮਾ ਵਰਨ ਨਾ ਸਾਕੋ ਨਾਨਕ ਪਰੈ ਪਰੀਲਾ। ਕਹਿੰਦੇ ਜਿਹੜੇ ਮਿਲੇ ਹੋਣਗੇ ਨਾ, ਉਹਨਾਂ ਦੀ ਤੇ ਮਹਿਮਾ ਪਰੇ ਤੋਂ ਪਰੇ ਹੈ, ਵੱਡੀ ਤੋਂ ਵੱਡੀ ਹੈ। ਐਸੀ ਸਤਿਗੁਰ ਦੀ ਦਇਆ ਹੈ, ਐਸੀ ਵਡਿਆਈ ਹੈ ਜਿਹਨੂੰ ਕੋਈ ਲਿਖ ਨਹੀਂ ਸਕਦਾ। ਸੋ ਪਈ ਤਿਨ ਕੀ ਸਾਹਮਣੇ ਦਿਸੈ ਕੋ ਜਿਹ ਕੀ ਉਪਮਾ ਦੇਵੋ ਸੋ। ਕਵੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਦੇ ਪਰਥਾਏ ਕੀ ਲਿਖਾਂ ਉਹਨਾਂ ਬਾਰੇ। ਚੰਦ ਦਾ ਪ੍ਰਮਾਣ ਦਿਆਂ, ਸੂਰਜ ਦਾ ਦਿਆਂ? ਕਹਿੰਦੇ ਨਹੀਂ, ਇੱਕ ਬ੍ਰਹਿਮੰਡ ਵਿੱਚ ਪਤਾ ਨਹੀਂ ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਤਾਰੇ ਨੇ, ਕਿੰਨੇ ਕੁ ਚੰਦ ਨੇ, ਕਿੰਨੀਆਂ ਗਲੈਕਸੀਆਂ ਨੇ, ਕਿੰਨੇ ਬ੍ਰਹਿਮੰਡ ਯੂਨੀਵਰਸ ਨੇ। ਕਿਹਦੇ ਬਾਰੇ ਲਿਖਾਂ? ਕਹਿੰਦੇ ਮੈਨੂੰ ਇਸ ਸ੍ਰਿਸ਼ਟੀ ਦੇ ਵਿੱਚ ਕੋਈ ਗੁਰੂ ਨਾਨਕ ਸਾਹਿਬ ਦੀ ਸਿਫਤ ਦੇ ਬਰਾਬਰ ਵੀ ਨਹੀਂ ਦਿਸਦਾ। ਉਹਨਾਂ ਬਰਾਬਰ ਤੇ ਦਿਸਣਾ ਕੀ? ਆਖੋ ਸਤਨਾਮ। ਐਡਾ ਵੱਡਾ ਵਿਸ਼ਵਾਸ ਕਿਤੇ ਅੱਜ ਸਾਡਾ ਬਣ ਜੇ ਨਾ, ਡੁਲਾ ਨਹੀਂ ਸਾਨੂੰ ਕੋਈ ਸਕਦਾ। ਸਾਨੂੰ ਤੇ ਕੋਈ ਚਾਰ ਗੱਲਾਂ ਸੁਣਾ ਦੇ ਗੁਰੂ ਦੀ ਨਿੰਦਿਆ ਦੀਆਂ। ਕੱਲ ਸੁਣਿਆ ਆਪ ਜੀ ਨੇ ਨਾ ਵੀ ਕੋਈ ਆਖਦੇ ਜੀ ਦਸਮ ਦੀ ਬਾਣੀ ਬਾਰੇ ਇਦਾਂ ਹੀ ਜਾਪ ਸਾਹਿਬ ਮਹਾਰਾਜ ਨੇ ਨਹੀਂ ਲਿਖਿਆ ਫਲਾਣਾ। ਮੈਂ ਕਹਿੰਦਾ ਬੰਦਾ ਬੜਾ ਇੰਟਰਸਟਡ ਹੋ ਕੇ ਸੁਣਦਾ ਪੜ੍ਹਦਾ। ਕਿਉਂ? ਕਿਉਂਕਿ ਅੰਦਰ ਉਹਦੇ ਉਹ ਨਾਸਤਿਕਤਾ ਦਾ ਪਾਪ ਬੈਠਾ ਸੀ। ਉਹ ਤੇ ਧੱਕੇ ਨਾਲ ਸਿੱਖ ਬਣਿਆ ਹੋਇਆ, ਤੇ ਜਿਹੜਾ ਗੁਰੂ ਦੇ ਪਿਆਰ ਨਾਲ ਸਿੱਖ ਬਣਿਆ ਨਾ, ਉਹਨੂੰ ਕੋਈ ਆ ਕੇ ਆਖੇ ਆ ਗੱਲ ਵੀ ਇਦਾਂ, ਉਹ ਕਹਿੰਦਾ ਯਾਰ ਪਰਾਂ ਹੋ ਜਾ, ਹੱਥ ਜੋੜਦਾ ਤੇਰੇ ਅੱਗੇ, ਮੈਨੂੰ ਨਿਤਨੇਮ ਕਰ ਲੈਣ ਦੇ, ਬਾਣੀ ਪੜ੍ਹ ਲੈਣ ਦੇ, ਸੇਵਾ ਕਰ ਲੈਣ ਦੇ, ਗੁਰੂ ਘਰ ਜਾ ਲੈਣ ਦੇ। ਮੇਰੇ ਕੋਲ ਬਹਿ ਕੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਜਿਹੜੀਆਂ ਗੱਲਾਂ ਮੈਨੂੰ ਮੇਰੇ ਸਤਿਗੁਰ ਦੇ ਘਰ ਤੋਂ ਦੂਰ ਕਰਦੀਆਂ। ਤੇ ਜਿਹੜਾ ਬੰਦੇ ਦੇ ਅੰਦਰ ਪਾਪਾਂ ਦਾ ਬੀਜ ਹੋਏਗਾ ਨਾ, ਉਹ ਕਹਿੰਦਾ ਮੈਨੂੰ ਦੱਸ ਯਾਰ ਕੀ ਲਿਖਿਆ ਹੈ, ਗੁਰੂ ਸਾਹਿਬ ਬਾਰੇ ਕੀ ਸੁਣਾਇਆ, ਇਤਿਹਾਸ ਬਾਰੇ ਕੀ ਸੁਣਾਇਆ। ਉਹ ਕਵੀ ਨੇ ਗੱਲ ਖੋਲਤਾ, ਅੱਜ ਵੀ ਦੱਸਦੇ ਆ। ਕਹਿੰਦੇ ਸਤਿਗੁਰਾਂ ਦੀ ਮਹਿਮਾ ਕਾਗਜ਼ਾਂ ਤੇ ਲਿਖੀ ਨਹੀਂ ਜਾ ਸਕਦੀ। ਜੋ ਉਪਮੇ ਤਾਰ ਤਮ ਉਪਮਾ
ਹੋਏ ਹਾਸੀ ਤੇ ਕਵ ਕੀ ਭਾਮਾ। ਹੁਣ ਮਨ ਭਰਿਆ ਸੀ ਕਵੀ ਜੀ ਦਾ, ਸਿੱਖਾਂ ਦੇ ਸਾਹਮਣੇ ਬੈਠੇ ਸੀ, ਬੈਠੇ ਬੈਠੇ ਹੱਸ ਪਏ। ਸਿੱਖ ਕਹਿੰਦੇ ਮਹਾਂਪੁਰਖੋ ਹੱਸੇ ਕਿਉਂ? ਕਹਿੰਦੇ ਜੇ ਮੈਂ ਗੁਰੂ ਨਾਨਕ ਸਾਹਿਬ ਨੂੰ ਤਰਜੀਹ ਸੂਰਜ ਨਾਲ ਵੀ ਦੇ ਦਿਆਂ, ਚੰਦ ਨਾਲ ਵੀ ਦੇ ਦਿਆਂ, ਉਹ ਲੋਕੀ ਮੇਰੀ ਕਵਿਤਾ ਤੇ ਲੋਕ ਮੇਰੇ ਕਵ ਪੁਣੇ ਤੇ ਲੋਕ ਮੇਰੀ ਮੂਰਖਤਾ ਤੇ ਹੱਸਣਗੇ। ਆਖੋ ਸਤਨਾਮ। ਵੀ ਕਵੀ ਸਿਆ ਉਹ ਸੂਰਜ ਵਰਗੀਆਂ ਚੀਜ਼ਾਂ ਨਾਲ ਰੱਬ ਨੂੰ ਤੋਲਿਆ। ਸੂਰਜ ਤੇ ਸੜਦਾ ਏ, ਉਚਤੀ ਔਗਣ ਹੈ, ਉਹ ਸਾੜ ਦਿੰਦਾ ਏ। ਗੁਰੂ ਤੇ ਸ਼ਾਂਤ ਹੈ, ਸੀਤਲ ਹੈ। ਫਿਰ ਕਹਿਣਗੇ ਜੀ ਫਿਰ ਸੀਤਲ ਤੇ ਚੰਦਰਮਾ ਹੁੰਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਇਹਨਾਂ ਬਾਰੇ ਵੀ ਲਿਖਿਆ ਹੋਇਆ ਹੈ। ਕਹਿੰਦੇ ਚੰਦ ਹੋਇਆ ਭਾਵੇ ਚੰਦਨ ਹੋਇਆ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਚੰਦਰਮਾ ਵੀ ਠੰਡਾ ਨਹੀਂ ਹੈ ਭਾਈ, ਉਹਦਾ ਵੀ ਆਪਣਾ ਪ੍ਰਕਾਸ਼ ਨਹੀਂ, ਉਹ ਸੂਰਜ ਤੋਂ ਲੈਂਦਾ ਏ। ਤੇ ਜੇ ਉਹਦਾ ਪ੍ਰਕਾਸ਼ ਨਹੀਂ, ਉਹ ਕਲੰਕਤ ਵੀ ਤੇ ਹੈ, ਦਾਗੀ ਵੀ ਤੇ ਹੈ ਨਾ, ਉਹ ਦਾਗ ਲੱਗਿਆ ਉਹਨੂੰ, ਹਰ ਥਾਂ ਤੇ ਨਜ਼ਰ ਨਹੀਂ ਆਉਂਦਾ। ਹੁਣ ਜੇ ਚੰਦ ਦੀ ਗੱਲ ਕਰੀਏ, ਚੰਦ ਕਿਹੜਾ ਇੱਕ ਹੈ? ਮੰਗਲ ਗ੍ਰਹਿ ਦੇ ਆਪਣੇ 2 ਚੰਦਰਮਾ ਨੇ, ਦੱਸੋ ਕੀ ਕਰੋਗੇ? ਕੱਲੇ ਕੱਲੇ ਗ੍ਰਹਿ ਦੇ ਅਲੱਗ-ਅਲੱਗ ਚੰਦਰਮਾ ਹਨ। ਜਦੋਂ ਇਸ ਪਾਸੇ ਜਾਈਏ ਤੇ ਪਤਾ ਫੇਰ ਲੱਗਦਾ ਹੈ। ਕਵੀ ਕਹਿੰਦੇ ਮੈਂ ਕਿਹੜੇ ਚੰਦ ਦੀ ਗੱਲ ਕਰਾਂ, ਕਿਹੜੇ ਬ੍ਰਹਿਮੰਡ ਦੀ ਗੱਲ ਕਰਾਂ? ਦਾਤਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆ ਕਾ ਦਾਤਾ ਰੇ। ਤੂੰ ਤੇ ਕਰੋੜਾਂ ਬ੍ਰਹਿਮੰਡਾਂ, ਕਰੋੜਾਂ ਧਰਤੀਆਂ ਨਹੀਂ ਗਿਆ, ਬ੍ਰਹਿਮੰਡ। ਇੱਕ ਬ੍ਰਹਿਮੰਡ ਵਿੱਚ ਲੱਖਾਂ ਧਰਤੀਆਂ, ਲੱਖਾਂ ਸ਼ਬਦ ਵੀ ਗਿਣਤੀ ਦਾ ਆਪਾਂ ਕਹਿੰਦੇ ਆ, ਇਹ ਲੱਖਾਂ ਤੋਂ ਬਾਹਰ ਹੀ ਹੈਗਾ। ਲੱਖਾਂ ਹੀ ਚੰਦ, ਲੱਖਾਂ ਹੀ ਤਾਰੇ, ਪਤਾ ਨਹੀਂ ਕੀ ਕੀ ਕੁਛ ਹੈ। ਇੰਨਿਆਂ ਦੇ ਵਿੱਚ ਵੀ ਤੂੰ ਇੱਕ ਸੁਆਮੀ ਹੈ, ਸਭਨਾਂ ਦਾ ਦਾਤਾ ਹੈ। ਸ੍ਰੀ ਨਾਨਕ ਜੋ ਹਮਰੇ ਸੁਆਮੀ, ਜੋਸ਼ ਸ਼ੋਸ਼ ਹੈ ਅੰਤਰ ਜਾਮੀ। ਬੜੇ ਪਿਆਰ ਵਿੱਚ ਕਵੀ ਜੀ ਕਹਿੰਦੇ ਮੈਨੂੰ ਮਾਣ ਹੈ, ਮੈਨੂੰ ਖੁਸ਼ੀ ਹੈ। ਉਹ ਇਹ ਧਰਤੀ ਦਾ ਮਾਲਕ, ਧਰਤੀ ਛੋਟੀ ਚੀਜ਼ ਹੈ। ਇਹ ਆਮ ਸ਼ਬਦਾਂ 'ਚ ਆਪਾਂ ਬੋਲ ਪੈਂਦੇ ਹਾਂ ਕਈ ਵਾਰ, ਉਹ ਧਰਤੀ ਦਾ ਮਾਲਕ, ਲੋਕ ਪਰਲੋਕ ਦਾ ਰੱਖਿਆ। ਲੋਕ ਪਰਲੋਕ ਤੇ ਬੜੀਆਂ ਛੋਟੀਆਂ ਚੀਜ਼ਾਂ ਨੇ। ਉਹ ਅਰਬਾਂ ਖਰਬਾਂ ਖੰਡਾਂ ਬ੍ਰਹਿਮੰਡਾਂ ਦਾ ਮਾਲਕ ਸੁਆਮੀ। ਕਹਿੰਦੇ ਮੇਰਾ ਵੀ ਮਾਲਕ, ਆਖੋ ਸਤਨਾਮ। ਖੁਸ਼ੀ ਤੇ ਮੈਨੂੰ ਇਹ ਆ ਨਾ ਵੀ ਸਾਰੀ ਸ੍ਰਿਸ਼ਟੀ ਦਾ ਮਾਲਕ ਮੇਰਾ ਸਤਿਗੁਰੂ ਹੈ, ਮੇਰਾ ਰੱਬ ਪਿਆਰਾ ਹੈ। ਕਹੇ ਬਦੇ ਨੇ ਘਟੇ ਘਟਾਈ, ਜਨਮ ਧਾਰ ਜੋ ਗੁਰੂ ਕਹਾਏ। ਕਹਿੰਦੇ ਜਿਹੜੇ ਜਨਮ ਧਾਰ ਕੇ ਆਪਣੇ ਆਪ ਨੂੰ ਗੁਰੂ ਕਹਾਉਂਦੇ, ਗੁਰੂ ਨਾਨਕ ਸਾਹਿਬ ਦੀ ਮਹਿਮਾ ਘਟਾਉਣ ਵਾਸਤੇ, ਕਹਿੰਦੇ ਉਹ ਲੋਕ ਨੇ ਕੁੰਭੀ ਨਰਕ ਦੇ ਕੀੜੇ। ਰੱਬ ਦੀ ਮਹਿਮਾ ਕੌਣ ਘਟਾ ਸਕਦਾ ਹੈ? ਬੜੇ ਆਏ ਬੜੇ ਗਏ, ਬੜੇ ਹੋਏ ਬੜੇ ਹੁੰਦੇ ਰਹਿਣਗੇ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੇ ਵਰਗਾ ਕੋਈ ਨਹੀਂ। ਆਖੋ ਸਤਨਾਮ। ਨਾ ਤੇਰੇ ਜੈਸਾ ਹੋਇਆ ਤੇ ਨਾ ਕੋਈ ਹੋਣਾ। ਬੜੀ ਦੁਨੀਆ ਵੇਖੀ ਮੈਂ, ਪਰ ਤੇਰੇ ਵਰਗਾ ਕੋਈ ਨਹੀਂ। ਕਵੀ ਜੀ ਕਹਿੰਦੇ ਮੈਂ ਬਾਰੰਬਾਰ ਕਹਿੰਦੇ ਤੇ ਗੁਰਬਾਣੀ ਵੀ ਕਹਿੰਦੀ ਹੈ ਵੀ ਤੂੰ ਬੇਅੰਤ ਹੈ, ਤੂੰ ਡਾਢਾ ਹੈ, ਤੇਰੇ ਵਰਗਾ ਕੋਈ ਹੋ ਨਹੀਂ ਸਕਦਾ। ਤੇਰੀ ਮਹਿਮਾ ਗਾਉਣ ਵਾਲਾ ਤੇਰਾ ਰੂਪ ਹੋ ਜਾਂਦਾ ਹੈ। ਸਵਰਗ ਨਰਕ ਉਹਦੇ ਲਈ ਕੁਛ ਨਹੀਂ। ਕਹਿੰਦੇ ਜੇ ਕੋਈ ਗੁਰੂ ਨਾਨਕ ਸਾਹਿਬ ਦਾ ਰੁਤਬਾ ਬਣਾ ਕੇ ਬਹਿੰਦਾ ਨਾ ਵੀ ਮੈਂ ਰੱਬ ਹਾਂ ਤੇ ਮੈਂ ਗੁਰੂ ਹਾਂ, ਕਵੀ ਕਹਿੰਦੇ ਨਰਕਾਂ ਦਾ ਕੀੜਾ ਹੈ, ਇਹ ਤੋਂ ਵੱਧ ਕੇ ਕੁਛ ਨਹੀਂ। ਉਹ ਰੱਬ ਜੰਮਣ ਮਰਨ ਵਿੱਚ ਨਹੀਂ, ਦੁਨੀਆ ਜੰਮਦੀ ਮਰਦੀ ਹੈ। ਵੇਦ ਰਚੈ ਜੋ ਸ਼ਬਦ ਸੋ ਕੀਨੋ, ਲੋਗਣ ਹਿਤ ਦੇਖੇ ਦੁਖ ਦੀਨੋ। ਕਹਿੰਦੇ ਵੇਦਾਂ ਕਿਤਾਬਾਂ ਦੇ ਸ਼ਬਦ ਕੱਢ ਕੇ ਲੋਕੀ ਆਪਣੇ ਆਪ ਨੂੰ ਨਾਨਕ ਕਹਾਉਣ ਲੱਗ ਪਏ। ਭਵਿੱਖਤ ਪੁਰਾਣ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੀ ਆਉਣ ਦਾ ਜ਼ਿਕਰ ਕੀਤਾ ਹੋਇਆ ਹੈ। ਜਦ ਸਤਯੁਗ ਦਾ ਸਮਾਂ ਚੱਲਦਾ ਸੀ ਨਾ, ਸਤਯੁਗ ਦਾ, ਉਦੋਂ ਕਿਹੜਾ ਕੋਈ ਨਾਮ ਨਿਸ਼ਾਨ ਸੀ ਕਲਯੁਗ ਆਊਗਾ? ਲੱਖਾਂ ਸਾਲ ਪਹਿਲਾਂ ਵੇਦ ਵਿਆਸ ਲਿਖਦੇ ਆ, ਏਵੰ ਵੈ ਧਰਮ ਪ੍ਰਚੁਰਿਅੰ ਭਵਿਸ਼ਯਤ ਜਦਾ ਕਲੂ, ਤਦਾ ਵੈ ਲੋਕ ਰਖਿਆਰਥੰ ਮਲੇਸ਼ਾਨਾ ਨਾਸ਼ ਹੇਤਵੇ, ਪশ্ਚਮੇ ਤੋਂ ਸ਼ੋਭੇ ਬੰਸੇ ਬੇਦੀ ਬੰਸੇ ਚ ਨਾਨਕ। ਕਹਿੰਦੇ ਪੱਛਮ ਦੇ ਦੇਸ਼ ਦੇ ਨੇੜੇ ਬੇਦੀਆਂ ਦੀ ਵੰਸ਼ ਵਿੱਚ ਗੁਰੂ ਨਾਨਕ ਸਾਹਿਬ ਹੋਣਗੇ, ਤੇ ਗੁਰੂ ਨਾਨਕ ਸਾਹਿਬ ਤੋਂ ਬਾਅਦ 10 ਜਾਮੇ ਧਾਰਨ ਕਰਨੇ ਆ ਉਹਨਾਂ ਨੇ ਗੁਰੂ ਸਾਹਿਬ ਦੇ ਸਮੇਂ। ਕਹਿੰਦੇ ਫਿਰ 11ਵੇਂ ਗੁਰੂ ਮੋਨੀ ਹੋਣਗੇ। ਆਖੋ ਸਤਨਾਮ। ਮੋਨੀ ਕਿਵੇਂ? ਜਿਹੜਾ ਬੁਲਾਊ ਉਹਦੇ ਨਾਲ ਗੱਲ ਕਰਨਗੇ, ਕਰਦੇ ਨਹੀਂ। ਅੱਜ ਅਰਦਾਸ ਕਰੋ, ਬੇਨਤੀ ਕਰੋ, ਗੁਰੂ ਸਾਹਿਬ ਮੁੱਖ ਵਾਕ ਵਿੱਚ ਬੋਲਦੇ ਆ। ਓਏ ਸੁਣਨ ਵਾਲਿਆ ਕਦੇ ਕੰਨਾਂ ਦੇ ਢੱਕਣ ਕੱਢ ਕੇ ਸੁਣ ਕੇ ਤੇ ਵੇਖ, ਤੇਰੀ ਹਰ ਗੱਲ ਦਾ ਜਵਾਬ ਸ਼ਬਦ ਗੁਰੂ ਦੇ ਰਹੇ ਆ। ਤੇ ਜਿਨ੍ਹਾਂ ਦੇ ਪਰਥਾਏ ਵੇਦਾਂ ਦੀਆਂ ਰਿਚਾਂ ਕਹੀਏ ਪੰਗਤੀਆਂ ਲਿਖ ਰਹੀਆਂ ਨੇ, ਗਾ ਰਹੀਆਂ ਨੇ,
ਉਹ ਕਿੱਡਾ ਡਾਢਾ ਹੋਏਗਾ। ਉਹ ਆਪ ਸ੍ਰਿਸ਼ਟੀ ਦੀ ਉਤਪਤੀ ਕਰਦਾ ਏ। ਕਲੀ ਕਾਲ ਮਤ ਮੰਦ ਵਿਸਾਲਾ, ਜਾਤੇ ਕਰੇ ਸੁਖੀਨ ਕਿਰਪਾਲਾ। ਹੁਣ ਕਲਯੁਗ ਦੇ ਸਮੇਂ 'ਚ ਹੀ ਸਤਿਗੁਰ ਕਿਉਂ ਆਏ ਜੀ? ਬੜੇ ਸਵਾਲ ਨੇ। ਲੇਟ ਕਿਉਂ ਹੋ ਗਏ? ਦੁਨਿਆਵੀ ਸਵਾਲ। ਸਤਿਯੁਗ, ਤ੍ਰੇਤਾ, ਦੁਆਪਰ, ਸਾਰੇ ਯੁੱਗ ਚੰਗੇ ਆ, ਕੋਈ ਮਾੜਾ ਨਹੀਂ ਹੈ। ਪਰ ਕਲਯੁਗ ਉਤਮੋ ਜੁਗਾਂ ਮਾਹੇ। ਸਾਹਿਬ ਦੀ ਬਾਣੀ ਕਹਿੰਦੀ ਕਲਯੁਗ ਸਾਰਿਆਂ ਤੋਂ ਚੰਗਾ ਹੈ। ਸਤਿਯੁਗ ਦੇ ਵਿੱਚ ਕੋਈ ਇੱਕ ਬੰਦਾ ਮਾੜਾ ਕੰਮ ਕਰਦਾ ਸੀ, ਸਾਰੇ ਦੇਸ਼ ਨੂੰ ਸਜ਼ਾ। ਦੁਆਪਰ ਵਿੱਚ ਆ ਕੇ ਇੱਕ ਬੰਦਾ ਮਾੜਾ ਕੰਮ ਕਰਦਾ ਸੀ, ਪਿੰਡ ਨੂੰ ਸਜ਼ਾ। ਤ੍ਰੇਤੇ ਵਿੱਚ ਆ ਕੇ ਇੱਕ ਬੰਦਾ ਮਾੜਾ ਕੰਮ ਕਰਦਾ, ਸਾਰੇ ਪਰਿਵਾਰ ਨੂੰ ਦੇਸ਼ ਨਿਕਾਲਾ, ਚੱਲ ਇੱਥੋਂ ਬਾਹਰ। ਤੇ ਕਲਯੁਗ ਦੇ ਵਿੱਚ ਜੇ ਪੁੱਤ ਨੇ ਮਾੜਾ ਕੰਮ ਕੀਤਾ ਤੇ ਪਿਓ ਨਹੀਂ ਭੁਗਤਦਾ, ਜੇ ਪਿਓ ਨੇ ਮਾੜਾ ਕੰਮ ਕੀਤਾ ਤੇ ਪੁੱਤ ਨਹੀਂ ਭੁਗਤਦਾ। ਸਤਿਗੁਰ ਕਹਿੰਦੇ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਥਾਏ। ਕਹਿੰਦੇ ਕਲਯੁਗ ਉੱਤਮ ਹੈ ਭਾਈ, ਅਬ ਕਲੂ ਆਇਓ ਰੇ ਇੱਕ ਨਾਮ ਬੋਬਹੋ ਬੋਬਹੋ। ਸਤਿਗੁਰ ਕਹਿੰਦੇ ਰੁੱਤ ਨਾਮ ਦੀ ਹੈ। ਇੱਥੇ ਜੋ ਬੀਜੇਗਾ ਉਹੀ ਉੱਗੇਗਾ। ਪਾਪ ਬੀਜ ਲਾ, ਨਾਮ ਬੀਜ ਲਿਆ, ਚੰਗੇ ਕਰਮ ਬੀਜ ਲਾ, ਮਾੜੀ ਜ਼ੁਬਾਨ ਬੀਜ ਲਾ, ਜੋ ਬੀਜੇਗਾ ਤੈਨੂੰ ਫਲ ਮਿਲਣਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਕਲਯੁਗ ਦੇ ਸਮੇਂ ਤਾਂ ਹੀ ਜਦੋਂ ਸਭ ਨੇ ਜ਼ੋਰ ਲਾ ਲਿਆ ਨਾ, ਪੀਰ ਪੈਗੰਬਰ ਔਲੀਏ ਅਵਤਾਰ ਸਭ ਨੇ ਜ਼ੋਰ ਲਾਇਆ, ਦੁਨੀਆ ਕਿਸੇ ਤੋਂ ਕਾਬੂ ਨਾ ਆਈ, ਸਗੋਂ ਪਖੰਡ ਵੱਧ ਗਿਆ। ਹੁਣ ਇੱਕ ਸੁਭਾਵਿਕ ਜੀ ਗੱਲ ਹੈ, ਜਿੱਥੇ ਕੋਈ ਛੋਟਾ ਜਿਹਾ ਹਾਦਸਾ ਹੋਵੇ ਪਹਿਲਾਂ SHO ਜਾਂਦਾ, ਫਿਰ DSP, ਨਾ ਕੰਟਰੋਲ ਹੋਵੇ ਗੱਲ SSP ਤੇ ਆ ਜਾਂਦੀ ਹੈ, ਫਿਰ DIG ਵਰਗੇ ਰੁਤਬੇ ਤੁਰ ਪੈਂਦੇ ਆ, ਨਾ ਗੱਲ ਹੋਵੇ DC ਵਰਗੇ ਚੱਲ ਪੈਂਦੇ, ਫਿਰ MLA MP, ਫਿਰ ਇੱਕ ਦਿਨ CM ਆ ਜਾਂਦਾ। ਵੱਡੀ ਗੱਲ ਆ ਨਾ। ਫਿਰ ਉਹ ਵੀ ਨਾ ਕੰਮ ਕੰਟਰੋਲ 'ਚ ਹੋਵੇ ਤੇ ਫਿਰ ਗੱਲ PM ਤੱਕ ਚਲੇ ਜਾਂਦੀ। ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਵੀ ਆਉਣਾ ਪੈਂਦਾ ਹੈ। ਆਉਂਦੇ ਕਦੋਂ ਨੇ? ਜਦੋਂ ਗੱਲ ਬੱਸੋਂ ਬਾਹਰ ਹੋ ਜੇ। ਪਹਿਲਾਂ ਸਾਰੇ ਆਏ, ਦੇਵਤੇ, ਦੈਂਤ, ਰਾਖਸ਼, ਧਾਰਮਿਕ ਲੋਕ, ਮਹਾਤਮਾ ਬੁੱਧ ਵਰਗੇ ਸਭ ਨੇ ਜ਼ੋਰ ਲਾਇਆ, ਸ਼ਿਵ ਵਰਗੇ ਆਏ। ਪਰ ਜਦੋਂ ਕਿਸੇ ਤੋਂ ਸ੍ਰਿਸ਼ਟੀ ਕਾਬੂ ਨਾ ਆਈ, ਫਿਰ ਕਲਯੁਗ ਦੇ ਸਮੇਂ ਰੱਬ ਆਪ ਆਇਆ। ਆਖੋ ਸਤਨਾਮ। ਉਹਨੇ ਆਪ ਆ ਕੇ ਦੱਸਿਆ ਵੀ ਮੇਰੇ ਬਣਾਏ ਨਿਯਮ, ਮੇਰੇ ਬਣਾਏ ਨੇਮ ਐਸੇ ਸੀ ਬੰਦਿਆ, ਤੂੰ ਕਿਉਂ ਨਹੀਂ ਮੰਨਦਾ? ਜੇ ਕੋਈ ਮੰਨਣਾ ਚਾਹੁੰਦਾ ਸੀ ਪਖੰਡ ਵਾਲੇ ਪਾਸੇ ਲੱਗ ਗਿਆ। ਕੋਈ ਕਹਿੰਦਾ ਤਪ ਕਰ, ਕੋਈ ਕਹਿੰਦਾ ਜਤ ਰੱਖ। ਮਰਦ ਕਹਿੰਦੇ ਕੁਛ ਨਹੀਂ ਕਰਨਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹਿੰਦੇ ਬੜਿਆਂ ਨੇ ਜਪ ਤਪ ਸੰਜਮ ਧਰਮ ਕੀਤੇ, ਪਰ ਕਮਾਇਆ ਕੀ? ਸਾਧੂਆਂ ਦੀ ਸੇਵਾ ਕੀਤੀ, ਖੱਟਿਆ ਕੀ? ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ। ਮਰਦ ਕਹਿੰਦੇ ਤੂੰ ਆਪਣੇ ਆਪ ਨੂੰ ਨੀਚ ਵੀ ਮੰਨਿਆ, ਪਰ ਗੁਰੂ ਦੀ ਸ਼ਰਨ ਆਇਆ ਕਦੇ? ਨੀਵਾਂ ਹੋਇਆ ਕਦੇ? ਨਿਮਰਤਾ ਰੱਖੀ ਹੈ? ਕਹਿੰਦੇ ਆ ਜਪ ਤਪ ਜਿੰਨੇ ਸੀ ਇਹ ਬੰਦ ਬੇੜਲਾ। ਮਰਦ ਕਹਿੰਦੇ ਤੇ ਬੰਨ ਬੰਨੇ ਸੀ ਉਛਲਦੇ ਰਹਿੰਦੇ ਆ। ਜਿਨ੍ਹਾਂ ਨਾਮ ਜਪਿਆ ਤਰਨਾ ਉਹਨਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਸੇ ਨੇ ਨਾਮ ਦੀ ਉਤਪਤੀ ਦੀ ਗੱਲ ਨਹੀਂ ਕੀਤੀ, ਕਿਸੇ ਨੇ ਨਾਮ ਦਾ ਜ਼ਿਕਰ ਨਹੀਂ ਕੀਤਾ। ਜ਼ਿਕਰ ਹੁੰਦਾ ਰਿਹਾ, ਪਰ ਕਿਸੇ ਨੇ ਇਹ ਨਹੀਂ ਕਿਹਾ ਅਕਾਲ ਪੁਰਖ ਨੂੰ ਮੰਨੋ, ਪਰਮਾਤਮਾ ਨੂੰ ਮੰਨੋ। ਦੱਸੇ ਸਤਿਗੁਰਾਂ ਨੇ ਹਮੇਸ਼ਾ ਇਹੀ ਕਿਹਾ ਵੀ ਭਾਈ ਵਾਹਿਗੁਰੂ ਵਾਹਿਗੁਰੂ ਜਪੋ, ਇੱਕ ਅਕਾਲ ਨੂੰ ਜਪੋ, ਸਾਰੀ ਬਾਣੀ ਪੜੋ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਤੇ ਲਿਖਿਆ ਗੋਬਿੰਦ ਸਿੰਘ ਦੀ ਫਤਿਹ, ਕਿਤੇ ਲਿਖਿਆ ਨਾਨਕ ਜੀ ਕੀ ਫਤਿਹ, ਕਿਤੇ ਲਿਖਿਆ ਗੁਰੂ ਅੰਗਦ ਦੇਵ ਜੀ ਦੀ ਫਤਿਹ, ਕਿਤੇ ਨਹੀਂ। ਹਰ ਥਾਂ ਤੇ ਅਕਾਲ ਦਾ ਜ਼ਿਕਰ ਕੀਤਾ, ਇੱਕ ਪਰਮਾਤਮਾ ਦਾ। ਕਵੀ ਸੰਤੋਖ ਸਿੰਘ ਉਹਨਾਂ ਬਹਿਣਾ ਵਿੱਚ ਬਹਿ ਕੇ ਲਿਖਦੇ ਆ, ਤੇਰੇ ਜੈਸਾ ਕੋਈ ਹੋਰ ਨਹੀਂ। ਦੋਹਰਾ ਨਿੰਦਕ ਜੇ ਨਿੰਦਾ ਕਰੈ, ਕੀਰਤ ਛੋਟ ਨਾ ਹੋਏ। ਜਿਉਂ ਦੋਰਾਏ ਸਸ ਪਤਰ ਸੋ, ਛਾਦਿਓ ਜਾਏ ਨਾ ਸੋਏ। ਕਹਿੰਦੇ ਨਿੰਦਕ ਜਿੰਨੀ ਮਰਜ਼ੀ ਨਿੰਦਿਆ ਕਰੀ ਜਾਣ, ਗੁਰੂ ਨੂੰ ਕੀ ਫਰਕ ਪੈਂਦਾ ਭਾਈ? ਕੋਈ ਫਰਕ ਨਹੀਂ। ਚੰਦਰਮਾ ਨੂੰ ਕੋਈ ਪੱਤਿਆਂ 'ਚ ਲੁਕ ਕੇ ਆਪਣਾ ਮੂੰਹ ਛੁਪਾ ਕੇ ਆਖੇ ਵੀ ਚੰਦ ਛੁਪ ਗਿਆ, ਕਹਿੰਦੇ ਉਹ ਪੱਤਿਆਂ ਥੱਲੇ ਚੰਨ ਨਹੀਂ ਛੁਪਦਾ। ਆਖੋ ਸਤਨਾਮ। ਨਿੰਦਕਾਂ ਦੀ ਨਿੰਦਿਆ ਥੱਲੇ ਕਦੇ ਰੱਬ ਛੋਟਾ ਨਹੀਂ ਹੁੰਦਾ, ਕਿਉਂਕਿ ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਘਟਦਾ ਨਾ ਉਹ ਵੱਧਦਾ। ਕਵੀ ਜੀ ਸਿੱਖਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਆ। ਹੁਣ ਗੁਰੂ ਸਾਹਿਬ ਦੀ ਮਹਿਮਾ ਉਦਾਸੀ ਤੋਂ ਪਹਿਲਾਂ ਕਿੱਥੇ ਕਿੱਥੇ ਫੈਲੀ, ਉਹ ਸਾਰਾ ਜ਼ਿਕਰ ਕਰਨਗੇ। ਕਿਉਂਕਿ ਜਿਨ੍ਹਾਂ ਨੇ ਇਹ ਪ੍ਰਸੰਗ ਨਹੀਂ ਨਾ ਸੁਣੇ, ਉਹਨਾਂ ਨੂੰ ਨਾਨਕ ਪ੍ਰਕਾਸ਼ ਦੀ ਮਹਿਮਾ ਦਾ ਪਤਾ ਹੀ ਨਹੀਂ ਲੱਗਣਾ। ਇਹ ਬੜੀ ਖਾਸ ਕਥਾ ਹੈ।
ਇਸੇ ਕਰਕੇ ਕਵੀ ਨੇ ਨਾ ਚਲਦੀ ਕਥਾ ਦੇ ਵਿਚਕਾਰ ਲਿਖੀ, ਇਹ ਪਹਿਲਾਂ ਵੀ ਲਿਖ ਸਕਦੇ ਸੀ। ਉਹ ਕਹਿੰਦੇ ਨਹੀਂ, ਗੁਰੂ ਸਾਹਿਬ ਨੇ ਉਦਾਸੀਆਂ ਆਰੰਭ ਕਰਨੀਆਂ ਨੇ, ਬੜਾ ਕੁਝ ਐਸਾ ਹੋਊਗਾ। ਸਾਡਾ ਮਨ ਜਦੋਂ ਉੱਡ ਕੇ ਜਾਊ ਨਾ ਉਸ ਦੇਸ਼ ਵਿੱਚ ਜਿੱਥੇ ਮਰਦ ਹੋਣਗੇ, ਕਈ ਵਾਰ ਡਾਵਾਂਡੋਲ ਹੋਊਗਾ, ਕਈ ਵਾਰ ਘਬਰਾਊਗਾ ਵੀ। ਪਰ ਜਿਨ੍ਹਾਂ ਨੇ ਇਹ ਚੀਜ਼ਾਂ ਸੁਣੀਆਂ ਹੋਣਗੀਆਂ ਨਾ, ਉਹ ਕਹਿਣਗੇ ਨਹੀਂ, ਮੇਰਾ ਸਤਿਗੁਰ ਬੜਾ ਡੱਡ ਹੈ, ਅੱਜ ਕੁਛ ਨਵਾਂ ਹੋਊਗਾ, ਨਕੋਰ ਹੋਏਗਾ। ਜਿਵੇਂ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ ਜੀ, ਆਉਣ ਵਾਲੇ ਦਿਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।